ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ WTO ਐਂਡ ਇੰਡੀਆਜ਼ ਟ੍ਰੇਡ ਪਾਲਿਸੀ, ਵਿਸ਼ਵ ਵਪਾਰ ਸੰਗਠਨ ਅਤੇ ਭਾਰਤੀ ਵਪਾਰ ਨੀਤੀ। ਜਿਵੇਂ ਕਿ ਤੁਸੀਂ ਜਾਣਦੇ ਹੋ, WTO ਦੀ ਫੁੱਲ ਫਾਰਮ ਹੈ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਅਸੀਂ ਕੀ ਦੇਖਾਂਗੇ ਕਿ ਕਿਸ ਤਰ੍ਹਾਂ ਜਿਹੜੇ ਵਰਲਡ ਦੇ ਵਿੱਚ ਡਿਫਰੈਂਟ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਜਿਹੜੀਆਂ ਰੂਲਸ ਨੇ, ਰੈਗੂਲੇਸ਼ਨਸ ਨੇ, ਡਿਫਰੈਂਟ ਕੰਟਰੀਜ਼ ਦੇ ਦੁਆਰਾ ਬਣਾਏ ਜਾਂਦੇ ਨੇ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਅੰਡਰ ਬਣਾਏ ਜਾਂਦੇ ਨੇ, ਤੇ ਜਿਹਨੂੰ ਡਿਫਰੈਂਟ ਕੰਟਰੀਜ਼ ਫੋਲੋਜ਼ ਕਰਦੀਆਂ ਨੇ ਜਦੋਂ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਟ੍ਰੇਡ ਕਰਨੀ ਹੁੰਦੀ ਹੈ ਗੁੱਡਸ ਐਂਡ ਸਰਵਿਸਿਜ਼ ਦੀ। ਤਦ ਕਹਿੰਦੇ ਇਹ ਪਾਲਿਸੀਜ਼ ਜੋ ਰੂਲਸ ਰੈਗੂਲੇਸ਼ਨਸ ਬਣਾਏ ਹੁੰਦੇ ਨੇ ਤਾਂ WTO ਇਹਨਾਂ ਨੂੰ ਕਿਵੇਂ ਬਣਾਉਂਦਾ ਹੈ ਤੇ ਕਿੰਨੀਆਂ ਕੰਟਰੀਜ਼ ਇਹਨਾਂ ਦੇ ਮੈਂਬਰਸ ਹੁੰਦੀਆਂ ਨੇ ਤੇ ਕੀ ਇਹਨਾਂ ਦੀ ਜਿਹੜੀਆਂ ਅਥਾਰਟੀਜ਼ ਨੇ ਡਿਫਰੈਂਟ ਕੰਟਰੀਜ਼ ਨੂੰ ਮੰਨਣੀਆਂ ਪੈਂਦੀਆਂ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ WTO ਹੁੰਦਾ ਕੀ ਆ ਤੇ ਇੰਡੀਆ ਦੇ ਵਿੱਚ ਟ੍ਰੇਡ ਪਾਲਿਸੀ ਜਿਹੜੀ ਉਹ ਕਿੱਦਾਂ ਅਪਣਾਈ ਜਾਂਦੀ ਆ। ਕਹਿੰਦੇ ਜਿਵੇਂ ਕਿ ਆਲ ਨੇਸ਼ਨਸ ਨੇ ਇੰਪੋਜ਼ ਕੀਤੀਆਂ ਹੁੰਦੀਆਂ ਨੇ, ਸਾਰੇ ਨੇਸ਼ਨਸ ਨੇ ਕੁਛ ਨਾ ਕੁਛ ਰਿਸਟ੍ਰਿਕਸ਼ਨਸ ਤੇ ਜਿਹੜੀਆਂ ਆਪਣੀਆਂ ਪਾਲਿਸੀਜ਼ ਨੇ ਫ੍ਰੀ ਫਲੋ ਆਫ ਇੰਟਰਨੈਸ਼ਨਲ ਟ੍ਰੇਡ ਤੇ ਉਹਨਾਂ ਨੇ ਕੀ ਕੀਤੀ ਜਾਂਦੀਆਂ ਨੇ, ਰੂਲਸ ਰੈਗੂਲੇਸ਼ਨਸ ਐਂਡ ਰਿਸਟ੍ਰਿਕਸ਼ਨਸ ਲਗਾਈਆਂ ਹੁੰਦੀਆਂ ਨੇ। ਕਹਿੰਦੇ ਜਿਹੜੀਆਂ ਨੇਸ਼ਨਸ ਟ੍ਰੇਡ ਕਰ ਰਹੀਆਂ ਹੁੰਦੀਆਂ ਨੇ ਟ੍ਰੇਡ ਦੇ ਟਾਈਮ ਉਹਨਾਂ ਨੂੰ ਰੂਲਸ ਰੈਗੂਲੇਸ਼ਨਸ ਟ੍ਰੇਡ ਐਂਡ ਕਮਰਸ ਦੇ ਟਾਈਮਸ ਫੋਲੋ ਕਰਨੀਆਂ ਪੈਂਦੀਆਂ ਨੇ। When we take into account the effect of various supranational influence and international agreements on commercial policies, ਕਹਿੰਦੇ ਜਦੋਂ ਅਸੀਂ ਟ੍ਰੇਡ ਕਰਦੇ ਹਾਂ ਐਂਡ ਕਮਰਸ਼ੀਅਲ ਪਾਲਿਸੀ ਨੂੰ ਅਪਣਾਉਂਦੇ ਹਾਂ ਤਾਂ ਸਾਨੂੰ ਕੀ ਕੁਝ ਜਿਹੜੇ ਐਗਰੀਮੈਂਟਸ ਨੇ ਡਿਫਰੈਂਟ ਕੰਟਰੀਜ਼ ਨੂੰ ਉਹ ਕੀ ਕਰਨੇ ਪੈਂਦੇ ਨੇ, ਸਾਈਨ ਕਰਨੇ ਪੈਂਦੇ ਨੇ। ਕਹਿੰਦੇ ਇਹ ਗਲੋਬਲ ਲੈਵਲ ਤੇ ਸਾਈਨ ਕਰਨੇ ਪੈਂਦੇ ਨੇ। ਗਲੋਬਲ ਲੈਵਲ ਤੇ ਜਿਹੜੀਆਂ ਆਪਣੀਆਂ ਕਮਰਸ਼ੀਅਲ ਪਾਲਿਸੀਜ਼ ਨੇ, ਕਮਰਸ਼ੀਅਲ ਪਾਲਿਸੀਜ਼ ਉਹ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਸਾਰੀਆਂ ਨੇਸ਼ਨਸ ਨੂੰ, ਸਾਰੀਆਂ ਕੰਟਰੀਜ਼ ਨੂੰ ਫੋਲੋ ਕਰਨੀਆਂ ਪੈਂਦੀਆਂ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਡਿਊਰਿੰਗ ਦਾ ਗ੍ਰੇਟ ਡਿਪਰੈਸ਼ਨ ਜਿਵੇਂ ਕਿ ਆਇਆ ਸੀ 1930 ਦੇ ਵਿੱਚ, ਵਰਲਡ ਦੇ ਵਿੱਚ ਕਹਿੰਦੇ ਵਰਲਡ ਟ੍ਰੇਡ ਫੈਲ ਪਾਰਸ਼ਲੀ ਡਿਊ ਟੂ ਫ੍ਰੀ ਇੰਪੋਜੀਸ਼ਨ ਆਫ ਟੈਰਿਫਸ ਔਨ ਇੰਪੋਰਟਸ ਬਾਈ ਮੈਨੀ ਕੰਟਰੀਜ਼। ਕਹਿੰਦੇ ਜਿਹੜਾ ਆਪਣਾ 1930 ਦੇ ਵਿੱਚ ਡਿਪਰੈਸ਼ਨ ਦਾ ਮੇਨ ਰੀਜ਼ਨ ਕੀ ਸੀ, ਕਹਿੰਦੇ ਫ੍ਰੀ ਟ੍ਰੇਡ ਸੀਗੀ। ਕਹਿੰਦੇ ਫ੍ਰੀ ਇੰਪੋਜੀਸ਼ਨਸ ਆਫ ਟੈਰਿਫ ਸੀਗੀਆਂ ਜਿਹਦੇ ਕਰਕੇ ਜਿਹੜੇ ਇੰਪੋਰਟ ਸੀਗੇ ਉਹ ਡਿਫਰੈਂਟ ਕੰਟਰੀਜ਼ ਦੇ ਦੁਆਰਾ ਜ਼ਿਆਦਾ ਹੋਣ ਲੱਗ ਗਏ ਸੀਗੇ। ਦਾ ਰਿਜ਼ਲਟ ਇਜ਼ ਇਨ ਰਿਡਿਊਸਿੰਗ ਇਕਨੋਮਿਕ ਐਕਟੀਵਿਟੀ, ਜਿਹਦੇ ਥਰੂ ਆਪਣੀ ਜਿਹੜੀ ਇਕਨੋਮਿਕ ਐਕਟੀਵਿਟੀ ਉਹ ਲੋ ਹੋ ਗਈ ਸੀਗੀ ਐਂਡ ਲੋ ਐਫੀਸ਼ੀਐਂਸੀ ਹੋ ਗਈ ਸੀ ਤੇ ਲੈਸ ਟ੍ਰੇਡ ਹੋਣੀ ਸਟਾਰਟ ਹੋ ਗਈ ਸੀ ਵਿਦਆਊਟ ਐਨ ਇੰਕਰੀਜ਼ ਇਨ ਇੰਪਲੋਇਮੈਂਟ ਵੀ ਘਟ ਗਈ ਸੀ, ਟ੍ਰੇਡ ਵੀ ਘਟ ਗਈ ਸੀ, ਐਫੀਸ਼ੀਐਂਸੀ ਵੀ ਘਟ ਗਈ ਸੀ, ਇਕਨੋਮਿਕ ਐਕਟੀਵਿਟੀ ਵੀ ਕੀ ਹੋ ਗਈ ਸੀ, ਲੋ ਹੋ ਗਈ ਸੀ। ਗ੍ਰੇਟ ਡਿਪਰੈਸ਼ਨ ਦੇ ਟਾਈਮ ਜਿਹੜੀ 1930 ਵਿੱਚ ਆਈ ਸੀ ਉਹਦੇ ਔਨ ਦਾ ਮੇਨ ਰੀਜ਼ਨ ਕੀ ਸੀਗਾ, ਜਿਹੜੀ ਫ੍ਰੀ flow of goods and services ਸੀਗਾ without tariff barriers। since ਕਹਿੰਦੇ then several ਜਿਹੜੀ multilaterals and regional agreements ਨੇ ਉਹ have taken place to avoid such situations in futures। ਕਹਿੰਦੇ ਤਦ ਜਿਹੜੇ ਆਪਣੇ ਵੇਰੀਅਸ ਐਗਰੀਮੈਂਟਸ ਨੇ ਡਿਫਰੈਂਟ ਕੰਟਰੀਜ਼ ਦੇ ਦੁਆਰਾ ਉਹ ਸਾਈਨ ਕੀਤੇ ਜਾਂਦੇ ਨੇ ਜਿਹਦੇ ਵਿੱਚ ਰੂਲਸ ਰੈਗੂਲੇਸ਼ਨਸ ਨੇ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਨੇ ਡਿਫਰੈਂਟ ਕੰਟਰੀਜ਼ ਨੂੰ ਤਾਂ ਜੋ ਫਿਊਚਰਸ ਦੇ ਵਿੱਚ ਐਦਾਂ ਦੀ ਜਿਹੜੀ ਪ੍ਰੋਬਲਮ ਗ੍ਰੇਟ ਡਿਪਰੈਸ਼ਨ ਦੀ 1930 ਦੇ ਵਿੱਚ ਆਈ ਸੀ ਨਾ ਆਵੇ। ਤਦ ਕਹਿੰਦੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗੇਟ ਐਂਡ WTO ਦਾ ਰਿਲੇਸ਼ਨ ਕੀ ਹੈ। ਕਹਿੰਦੇ origin of WTO ਦਾ origin ਕਿੱਦਾਂ ਹੋਇਆ ਹੈ। ਕਹਿੰਦੇ ਸਭ ਤੋਂ ਪਹਿਲਾਂ ਕੀ ਸੀਗਾ, ਦ ਜਨਰਲ ਐਗਰੀਮੈਂਟ ਔਨ ਟੈਰਿਫ ਐਂਡ ਟ੍ਰੇਡ ਮੀਨਸ ਗੇਟ, GATT, ਜਨਰਲ ਐਗਰੀਮੈਂਟ ਔਨ ਟੈਰਿਫ ਐਂਡ ਟ੍ਰੇਡ। ਕਹਿੰਦੇ ਐਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਸੀਗੀ ਜਿਹੜੀ ਕ੍ਰੀਏਟ ਕੀਤੀ ਗਈ ਸੀਗੀ 1947 ਦੇ ਵਿੱਚ ਜਿਨੇਵਾ ਦੇ ਵਿੱਚ, ਜਿਹਦਾ ਜਿਨੇਵਾ ਮੀਨਸ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ, was devoted to promotion on free trade through multilateral trade negotiations। ਕਹਿੰਦੇ ਜਿਹਦੇ ਵਿੱਚ ਕੀ ਗੱਲ ਕੀਤੀ ਗਈ ਸੀ, ਫ੍ਰੀ ਟ੍ਰੇਡ ਦੀ ਗੱਲ ਕੀਤੀ ਗਈ ਸੀਗੀ। ਕਹਿੰਦੇ ਟੈਰਿਫ ਸੀਗੇ ਜਿਹਦਾ ਮੇਨ ਏਮ ਕੀ ਸੀਗਾ, ਟੈਰਿਫ ਰਿਡਕਸ਼ਨ ਸੀਗਾ। ਤੇ ਉਦੋਂ ਕਹਿੰਦੇ 23 ਜਿਹੜੀਆਂ ਕੰਟਰੀਜ਼ ਸੀਗੀਆਂ ਗੇਟ ਦੀਆਂ ਕੀ ਸੀਗੀਆਂ, ਮੈਂਬਰ ਸੀਗੀਆਂ 1947 ਦੇ ਵਿੱਚ। ਕਹਿੰਦੇ ਗੇਟ embodies set the rules and principle designed to promote international trade in general and the reduction of tariff barriers in particulars। ਕਹਿੰਦੇ ਜਿਹੜਾ ਗੇਟ ਸੀਗਾ ਉਹ ਡਿਜ਼ਾਈਨ ਕਰਦਾ ਸੀ ਰੂਲ ਐਂਡ ਰੈਗੂਲੇਸ਼ਨਸ ਜਿਹੜੀਆਂ ਡਿਫਰੈਂਟ ਕੰਟਰੀਜ਼ ਨੂੰ ਮੰਨਣੀਆਂ ਪੈਂਦੀਆਂ ਸੀਗੀਆਂ ਤੇ ਜਿਹੜੀਆਂ ਟੈਰਿਫ ਬੈਰੀਅਰਸ ਸੀਗੀਆਂ ਉਹਨਾਂ ਨੂੰ ਕਿੱਦਾਂ ਘਟਾਇਆ ਜਾ ਸਕੇ ਉਹ ਵੀ ਦੱਸਦਾ ਸੀਗਾ ਕਿ ਕਿੰਨੇ % ਟੈਰਿਫ ਬੈਰੀਅਰਸ ਨੇ ਲਗਾਉਣੀਆਂ ਆਪਾਂ ਨੇ। ਕਹਿੰਦੇ ਇਨ ਵਰਡਸ ਸਿਡਨੀ ਜੇ ਵੈਲਸ ਦੇ ਵਰਡਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ, the essence of GATT is an understanding by the contracting parties to engage in mutual tariff education and to extend to all other contracting parties any education made in favor of participating company।
ਕਹਿੰਦੇ ਗੇਟ ਰਿਸਟਾਰਟਡ ਔਨ 3 ਬੇਸਿਕ ਪ੍ਰਿੰਸੀਪਲਸ। ਗੇਟ ਦੇ ਜਿਹੜੇ 3 ਬੇਸਿਕ ਪ੍ਰਿੰਸੀਪਲ ਸੀਗੇ ਤਾਂ ਮੇਨ ਇਹਨਾਂ ਦੇ ਆਬਜੈਕਟਿਵ ਗੇਟ ਦੇ ਕੀ ਸੀਗੇ, ਠੀਕ ਹੈ, ਕੀ ਪ੍ਰਿੰਸੀਪਲ ਸੀਗੇ। ਦਾ ਫਰਸਟ ਇਜ਼ ਨॉन ਡਿਸਕ੍ਰਿਮੀਨੇਸ਼ਨ। ਕਹਿੰਦੇ ਕੀ ਸੀਗਾ ਇਹਦੇ ਵਿੱਚ ਐਬਸੋਲੂਟ ਅਸੈਪਟੈਂਸ ਸੀਗੀ ਕਿ ਜਿਹੜੀ ਰਿਡਕਸ਼ਨ ਆਫ ਨੈਗੋਟੀਏਸ਼ਨ ਹੋਵੇ ਕਿ ਜਿਹੜੀ ਵਨ ਕੰਟਰੀ ਆ ਜਦੋਂ ਉਹ ਟ੍ਰੇਡ ਕਰਦੀ ਹੁੰਦੀ ਡਿਫਰੈਂਟ ਕੰਟਰੀਜ਼ ਦੇ ਨਾਲ ਤਾਂ ਵਨ ਕੰਟਰੀ ਦੇ ਥਰੂ ਜਿਹੜਾ ਐਕਸਪੋਰਟ ਉਹ ਜ਼ਿਆਦਾ ਹੁੰਦਾ ਤਾਂ ਅਦਰ ਕੰਟਰੀਜ਼ ਉਸ ਤੋਂ ਡਾਊਨ ਜਾਂਦੀਆਂ ਨੇ। ਕਹਿੰਦੇ ਲੇਕਿਨ ਇੱਥੇ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਸੀਗਾ, ਲੇਕਿਨ ਇਹਨਾਂ ਦੇ ਵਿੱਚ ਹੁਣ ਕੇ ਦੇ ਥਰੂ ਇਹ ਮੇਨ ਪ੍ਰਿੰਸੀਪਲ ਕੀਤਾ ਗਿਆ ਸੀਗਾ ਕਿ ਨਾਨ ਡਿਸਕ੍ਰਿਮੀਨੇਸ਼ਨ, ਕਿ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਡਿਫਰੈਂਟ ਕੰਟਰੀਜ਼ ਦੇ ਵਿੱਚ ਉਹ ਨਾ ਹੋਵੇ। ਜਿਹੜੀ ਟ੍ਰੇਡ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਉਹ ਨਾਨ ਡਿਸਕ੍ਰਿਮੀਨੇਸ਼ਨ ਦੇ ਨਾਲ ਹੋਵੇ। ਕਹਿੰਦੇ ਇਕਨੋਮਿਕ ਇੰਟੀਗ੍ਰੇਸ਼ਨ ਹੋਵੇ, ਕਸਟਮ ਯੂਨੀਅਨਸ ਹੋਣ ਤੇ ਟ੍ਰੇਡ ਬਿਟਵੀਨ ਨੇਸ਼ਨਸ ਐਂਡ ਇਟਸ ਫਾਰਮਰਸ ਕਲੋਨੀਜ਼ ਐਂਡ ਡੋਮੀਨੈਂਟ ਦੇ ਵਿੱਚ ਹੋਵੇ। ਕਹਿੰਦੇ ਸਾਰਿਆਂ ਨੂੰ ਇਕੁਅਲੀ ਟ੍ਰੀਟ ਕੀਤਾ ਜਾਵੇ ਨॉन ਡਿਸਕ੍ਰਿਮੀਨੇਸ਼ਨ ਦੇ ਥਰੂ। ਕਹਿੰਦੇ ਗੇਟ ਦਾ ਫਰਸਟ ਜਿਹੜਾ ਪ੍ਰਿੰਸੀਪਲ ਸੀਗਾ ਇਹ ਸੀਗਾ। ਐਂਡ ਦਾ ਸੈਕੰਡ ਪ੍ਰਿੰਸੀਪਲ ਆਫ ਗੇਟ ਜੋ WTO ਤੋਂ ਪਹਿਲਾਂ ਸੀ, ਐਲੀਮੀਨੇਟ ਆਫ ਨॉन ਟੈਰਿਫ ਟ੍ਰੇਡ ਬੈਰੀਅਰਸ। ਕਹਿੰਦੇ ਜਿਹੜੇ ਕੋਟਾ ਸੀਗਾ, ਕੋਟਾ ਗਵਰਨਮੈਂਟ ਇੰਪੋਰਟ ਐਕਸਪੋਰਟ ਕੋਟਾ ਫਿਕਸ ਕਰਦੀ ਸੀਗੀ, ਕਹਿੰਦੇ ਉਹਨੂੰ ਐਲੀਮੀਨੇਟ ਕੀਤਾ ਜਾਵੇ। ਐਕਸਪੈਕਟ ਫॉर ਐਗਰੀਕਲਚਰ ਪ੍ਰੋਡਕਟਸ ਫॉर द ਨੇਸ਼ਨ ਇਜ਼ ਬੈਲੈਂਸ ਆਫ ਪੇਮੈਂਟ ਡਿਫਿਕਲਟੀਜ਼। ਕਹਿੰਦੇ ਜਿਹੜਾ ਨੇਸ਼ਨਸ ਦਾ BOP ਸੀਗਾ ਉਹ ਡਿਫਿਕਲਟੀ ਫੇਸ ਕਰ ਰਿਹਾ ਸੀਗਾ, BOP ਡੈਫਿਸਿਟ ਦੇ ਵਿੱਚ ਆ ਰਿਹਾ ਸੀਗਾ। ਕਹਿੰਦੇ ਗੇਟ ਆਲਸੋ ਮੇਡ ਈਚ ਮੈਂਬਰ ਐਗਰੀ ਨਾਟ ਟੂ ਰਿਸਟੋਰ ਦਾ ਯੂਨੀਲੇਟਰਲ ਟੈਰਿਫ ਹਾਈਕਸ ਟੂ ਪ੍ਰੀਵੈਂਟ outbreak of tariff that only shrinks mutual gain fraud trade। ਕਹਿੰਦੇ ਤਾਂ ਜਿਹੜੇ ਨਾਨ ਟੈਰਿਫ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਐਲੀਮੀਨੇਟ ਕੀਤਾ ਜਾਵੇ। ਇਹਦਾ ਮੇਨ ਪ੍ਰਿੰਸੀਪਲ ਇਹ ਸੀਗਾ। ਨੈਕਸਟ ਕੰਸੂਲੇਸ਼ਨਸ ਅਮੰਗ ਨੇਸ਼ਨਸ। ਕਹਿੰਦੇ ਜਿਹੜੀਆਂ ਆਪਣੀਆਂ ਡਿਫਰੈਂਟ ਨੇਸ਼ਨਸ ਨੇ ਉਹਨਾਂ ਦੇ ਜਿਹੜੇ ਟ੍ਰੇਡ ਡਿਸਪਿਊਟਸ ਨੇ ਉਹ ਗੇਟ ਦੇ ਫਰੇਮਵਰਕ ਦੇ ਨਾਲ ਸੋਲਵ ਕੀਤੇ ਜਾਣ, ਉਹਨਾਂ ਦੇ ਵਿੱਚ ਸੈਟਲਮੈਂਟ ਕੀਤੀ ਜਾਵੇ। ਕਹਿੰਦੇ 8 ਰਾਉਂਡ ਜਿਹੜੀ ਗਲੋਬਲ ਟ੍ਰੇਡ ਟਾਕ ਹੋਈ ਸੀਗੀ 1948 ਦੇ ਵਿੱਚ, ਕਹਿੰਦੇ ਜਿਹਦੇ ਵਿੱਚ ਕੰਪਲੀਟ ਹੋਈ ਜਿਹੜੀ 1967 ਦੇ ਵਿੱਚ, ਜਿਹਦੇ ਵਿੱਚ ਟੋਕੀਓ ਰਾਉਂਡ ਦੇ ਵਿੱਚ ਕਹਿੰਦੇ ਐਂਡ ਆਰਗੂਏ ਰਾਉਂਡ ਦੇ ਵਿੱਚ ਕਹਿੰਦੇ ਕੰਪਲੀਟ ਕੀਤਾ ਗਿਆ ਸੀ। ਈਚ ਆਫ ਥੀਸ ਰਾਉਂਡਸ ਹੈਵ ਰਿਜ਼ਲਟਡ ਇਨ ਰਿਡਿਊਸਿੰਗ ਵਰਲਡ ਟੈਰਿਫ ਸਬਸਿਟੈਂਟਲੀ। ਕਹਿੰਦੇ ਦਾ ਮੇਨ ਏਮ ਸਾਰੇ ਰਾਉਂਡ ਕਾਨਫਰੰਸ ਦਾ ਕੀ ਸੀਗਾ ਕਿ ਜਿਹੜਾ ਆਪਣਾ ਟੈਰਿਫ ਬੈਰੀਅਰਸ ਨੇ ਇਹਨਾਂ ਨੂੰ ਰਿਡਿਊਸ ਕੀਤਾ ਜਾਵੇ। ਕਹਿੰਦੇ ਦਾ ਫਰਸਟ 1/3 each and the last lay about 40%। ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦਾ ਨੈਗੋਟੀਏਸ਼ਨ ਰਾਉਂਡ ਆਫ ਗੇਟ ਐਂਡ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਕਹਿੰਦੇ ਕਿਹੜੇ ਕਿਹੜੇ ਰਾਉਂਡ ਸੀਗੇ ਜਿਹੜੇ ਆਪਣੇ ਗੇਟ ਦੇ ਵਿੱਚ ਹੋਏ। ਦਾ ਫਰਸਟ ਇਜ਼ ਕਹਿੰਦੇ years ਦੱਸੇ ਉਹਨੇ 1947, 1949, 51, 56 and 60 to 61, 64 to 67, 73 to 79, 86 to 94 and 2001। ਕਹਿੰਦੇ place or name of the round। ਕਹਿੰਦੇ place ਦਾ ਨਾਮ ਦੱਸਿਆ ਗਿਆ ਹੈ ਤੇ ਰਾਉਂਡ ਦਾ ਨਾਮ ਦੱਸਿਆ ਗਿਆ ਹੈ। ਤਾਂ ਉਹਨਾਂ ਦੇ ਮੇਨ ਸਬਜੈਕਟਸ ਦੱਸੇ ਗਏ ਨੇ ਕਿ ਮੇਨ ਨੇਮ ਕੀ ਸੀਗੇ ਐਂਡ ਨੰਬਰ ਆਫ ਕੰਟਰੀਜ਼ ਇਨਵੋਲਵ ਕਿੰਨੀਆਂ ਸੀਗੀਆਂ, ਕੰਟਰੀਜ਼ ਦੀ ਕਿੰਨੀ ਕੰਟਰੀਜ਼ ਦੀ ਮੈਂਬਰਸ਼ਿਪ ਸੀਗੀ, ਉਹਨਾਂ ਦੀ ਮੈਂਬਰਸ਼ਿਪ ਦੱਸੀ ਗਿਆ। ਤਾਂ ਫਰਸਟ ਇਜ਼ ਕਹਿੰਦੇ ਜਿਵੇਂ ਕਿ ਗੇਟ ਲਿਖਿਆ 1947 ਦੇ ਵਿੱਚ ਜਨੇਵਾ ਦੇ ਵਿੱਚ ਕਹਿੰਦੇ ਇਹ ਲੱਗਿਆ ਸੀਗਾ ਫਰਸਟ ਰਾਉਂਡ ਐਂਡ ਮੇਨ ਸਬਜੈਕਟ ਕੀ ਸੀਗਾ ਟੈਰਿਫ ਰਿਡਕਸ਼ਨ ਕਰਨਾ, ਟੈਰਿਫ ਨੂੰ ਘੱਟ ਕਰਨਾ ਐਂਡ ਜਿਹੜੀਆਂ 23 ਕੰਟਰੀ ਸੀਗੀਆਂ ਦਾ ਮੈਂਬਰ ਸੀਗੀਆਂ। ਐਂਡ 1949 ਦੇ ਵਿੱਚ ਇਹ ਐਨਐਸ ਦੇ ਵਿੱਚ ਲੱਗਿਆ ਸੀ ਟੈਰਿਫ ਰਿਡਕਸ਼ਨ ਸੇ ਦਾ ਮੇਨ ਏਮ ਸੀਗਾ ਐਂਡ 13 ਜਿਹੜੀਆਂ ਕੰਟਰੀ ਸੀਗੀਆਂ ਇਹਦੀਆਂ ਮੈਂਬਰ ਸੀਗੀਆਂ ਇਨਵੋਲਵ ਸੀ ਇਸ ਵਿੱਚ। ਐਂਡ ਉਸ ਤੋਂ ਬਾਅਦ 1951 ਦੇ ਵਿੱਚ ਕਾਰਪੋਰੇਟ ਦੇ ਵਿੱਚ ਲੱਗਿਆ ਸੀਗਾ ਜਿਹਦੇ ਵਿੱਚ ਟੈਰਿਫ ਰਿਡਕਸ਼ਨਸ ਮੇਨ ਮੋਟਿਵ ਸੀਗਾ ਐਂਡ 20 ਜਿਹੜੀਆਂ 38 ਜਿਹੜੀਆਂ ਕੰਟਰੀਜ਼ ਨੇ ਉਹ ਇਹਦੀਆਂ ਮੈਂਬਰ ਸੀਗੇ ਇਹਦੇ ਵਿੱਚ ਇਨਵੋਲਵ ਸੀਗਾ। ਐਂਡ ਫਿਰ ਤੋਂ ਦੁਬਾਰਾ 1956 ਦੇ ਵਿੱਚ ਜਿਨੇਵਾ ਦੇ ਵਿੱਚ ਕਹਿੰਦੇ ਇਹ ਰਾਉਂਡ ਹੋਇਆ ਸੀਗਾ। ਇਹਦਾ ਮੇਨ ਏਮ ਕੀ ਸੀਗਾ ਟੈਰਿਫ ਰਿਡਕਸ਼ਨ ਕਰਨਾ ਐਂਡ 26 ਜਿਹੜੀਆਂ ਕੰਟਰੀਜ਼ ਸੀਗੀਆਂ ਇਹਨਾਂ ਦੀ ਮੈਂਬਰਸ਼ਿਪ ਸੀ ਇਸ ਦੇ ਵਿੱਚ। ਉਸ ਤੋਂ ਬਾਅਦ 1964 ਤੋਂ 67 ਤੱਕ ਠੀਕ ਹੈ ਜਿਹਦੇ ਵਿੱਚ ਇਹ ਲੱਗਿਆ ਸੀਗਾ ਢਿੱਲੋਂ ਰਾਉਂਡ ਜਿਹਦੇ ਵਿੱਚ ਟੈਰਿਫ ਰਿਡਕਸ਼ਨ ਮੇਨ ਏਮ ਸੀਗਾ ਐਂਡ 26 ਜਿਹੜੀਆਂ ਕੰਟਰੀਜ਼ ਸੀਗੀਆਂ ਇਹਦੇ ਵਿੱਚ ਇਨਵੋਲਵ ਸੀਗੀਆਂ। ਉਸ ਤੋਂ ਬਾਅਦ 1964 ਤੋਂ 67 ਕੈਬਨਿਟ ਰਾਉਂਡ ਸੀਗਾ ਟੈਰਿਫ ਐਂਡ ਐਂਟੀ ਡੰਪਿੰਗ ਮੇਜਰਸ ਕਿ ਡੰਪਿੰਗ ਨਾ ਹੋਵੇ ਉਹਦੇ ਖਿਲਾਫ ਮੇਜਰਸ ਕਹਿੰਦੇ ਇਹਦਾ ਮੇਨ ਏਮ ਸੀਗਾ ਐਂਡ 62 ਜਿਹੜੀਆਂ
कंट्रीज सीगियां ਇਹਦਾ ਮੈਂਬਰ ਸੀਗੀਆਂ एंड 73 to 79 ਟੋਕੀਓ ਰਾਉਂਡ ਸੀਗਾ ਟੈਰਿਫ ਐਂਡ ਨਾਨ ਟੈਰਿਫ ਬੈਰੀਅਰ ਸੀ ਦਾ ਮੇਨ ਨੇਮ ਸੀਗਾ ਐਂਡ 102 ਜਿਹੜੀਆਂ ਕੰਟਰੀਜ਼ ਸੀਗੀਆਂ ਇਹਦੇ ਵਿੱਚ ਇਨਵੋਲਵ ਸੀਗੀਆਂ ਉਸ ਤੋਂ ਬਾਅਦ 86 to 94 ਅਰਗਵੇ ਰਾਉਂਡ ਸੀਗਾ ਟੈਰਿਫ ਨਾਨ ਟੈਰਿਫ ਬੈਰੀਅਰ ਸੀਗੇ ਜਿਹੜੇ ਸਬਸਿਸ ਸੀਗੀਆਂ ਐਂਡ intellectual property right disputes settlement textile agriculture and criteria of WTO जो WTO ਦਾ ਕ੍ਰਾਈਟੇਰੀਆ ਸੀਗਾ ਇਹਦੇ ਵਿੱਚ ਸੈੱਟ ਕੀਤਾ ਗਿਆ ਸੀ ਐਂਡ 123 ਜਿਹੜੀਆਂ ਕੰਟਰੀਜ਼ ਸੀਗੀਆਂ ਇਹਦੇ ਵਿੱਚ ਇਨਵੋਲਵ ਸੀਗੀਆਂ ਉਸ ਤੋਂ ਬਾਅਦ 2001 ਦੇ ਵਿੱਚ ਦੋਹਾ ਰਾਉਂਡ ਜਿਹੜਾ ਕਿ ਮੇਨ ਏਮ ਕੀ ਸੀਗਾ ਐਗਰੀਕਲਚਰ ਸਬਸਿਡੀਜ਼ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਕੰਪੀਟੀਸ਼ਨ ਨੂੰ ਇਨਕਰੀਜ਼ ਕਰਨਾ ਇਨਵੈਸਟਮੈਂਟ ਇਨਵਾਇਰਨਮੈਂਟ ਡਿਸਪਿਊਟ ਸੈਟਲਮੈਂਟ ਤੇ 147 ਜਿਹੜੀਆਂ ਕੰਟਰੀਜ਼ ਸੀਗੀਆਂ ਇਹਦੇ ਵਿੱਚ ਕੀ ਸੀਗੀਆਂ ਇਨਵੋਲਵ ਸੀਗੀਆਂ ਕਹਿੰਦੇ ਜਿਹੜਾ ਉਰਗਾਓ ਰਾਉਂਡ ਰਿਪਲੇਸ ਦਾ ਜਨਰਲ ਐਗਰੀਮੈਂਟ ਜਿਹੜਾ ਆਪਣਾ 1986 ਤੋਂ 94 ਦੇ ਵਿੱਚ ਜਿਹੜਾ ਰਾਉਂਡ ਹੋਇਆ ਸੀਗਾ ਉਰਗਾਓ ਰਾਉਂਡ ਕਹਿੰਦੇ ਉਹਨੇ ਗੇਟ ਨੂੰ ਰਿਪਲੇਸ ਕੀਤਾ ਸੀ ਤਾਂ ਗੇਟ ਦੀ ਜਗ੍ਹਾ ਤੇ ਜਿਹੜੀ ਨਿਊ ਆਰਗੇਨਾਈਜੇਸ਼ਨ ਆ ਗਈ ਸੀ ਜਿਹਨੂੰ ਕੀ ਬੋਲਿਆ ਗਿਆ ਸੀ WTO ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹੜੀ 1995 ਦੇ ਵਿੱਚ ਆਰਗੇਨਾਈਜ਼ ਹੋਈ ਸੀ ਜਨੇਵਾ ਦੇ ਵਿੱਚ ਵਿਦ ਅਥਾਰਟੀ ਨਾਟ ਓਨਲੀ ਟੂ ਟ੍ਰੇਡ ਇਨ ਇੰਡਸਟਰੀਅਲ ਪ੍ਰੋਡਕਟ ਬਟ ਆਲਸੋ ਇਨ ਐਗਰੀਕਲਚਰ ਪ੍ਰੋਡਕਟਸ ਐਂਡ ਸਰਵਿਸਿਜ਼ ਜਿਹਦੇ ਵਿੱਚ ਸਿਰਫ ਇੰਡਸਟਰੀਅਲ ਪ੍ਰੋਡਕਟ ਨੂੰ ਪ੍ਰਮੋਟ ਨਹੀਂ ਸੀ ਕੀਤਾ ਗਿਆ ਇੰਡਸਟਰੀਅਲ ਦੇ ਨਾਲ ਨਾਲ ਸਰਵਿਸਿਜ਼ ਸੈਕਟਰ ਤੇ ਐਗਰੀਕਲਚਰ ਸੈਕਟਰਸ ਦੇ ਲਈ ਵੀ facilities ਦਿੱਤੀਆਂ ਗਈਆਂ ਸੀ at the time of its established 1947 gate had member of 23 ਦੇਖੋ ਜਦੋਂ established ਹੋਇਆ ਸੀ ਗੇਟ 1947 ਦੇ ਵਿੱਚ ਤਾਂ ਸਿਰਫ 23 ਕੰਟਰੀਜ਼ ਕੀ ਸੀਗੀਆਂ ਮੈਂਬਰ ਸੀਗੀਆਂ ਇਨਵੋਲਵ ਸੀਗੀਆਂ ਲੇਕਿਨ 86 94 ਦੇ ਵਿੱਚ ਜਦੋਂ WTO ਦੀ ਆਰਗੇਨਾਈਜ਼ ਹੋਇਆ ਸੀ ਤਾਂ ਕਹਿੰਦੇ permanent international organization are called WTO ਜਦ 123 countries members ਸੀਗੀਆਂ but the now ਕਹਿੰਦੇ 164 countries ਨੇ ਜਿਹੜੀਆਂ ਉਹ ਇਹਦੇ ਕੀ ਨੇ members ਨੇ then this is the origin of WTO ਜੋ 1995 ਦੇ ਵਿੱਚ ਹੋਇਆ ਸੀ now what is the World Trade Organization had been as a result of agreement signed under the auspices of GATE the WTO has become weak in the place of gates ਕਹਿੰਦੇ WTO ਗੇਟ ਦੀ ਪਲੇਸ ਤੇ ਆਇਆ ਹੈ ਕਹਿੰਦੇ ਜਿਹੜਾ ਗੇਟ ਦੇ ਵਿੱਚ ਜਿਹੜੇ ਆਪਣੇ ਆਬਜੈਕਟਿਵ ਸੀਗੇ ਮੇਨ ਆਬਜੈਕਟਿਵਸ ਕਹਿੰਦੇ ਗੇਟ ਦੇ ਵੀ ਨੇ ਤੇ ਉਸ ਦੇ ਨਾਲ ਇਹਦੇ ਵਿੱਚ ਐਡਿੰਗ ਆਬਜੈਕਟਿਵਸ ਹੋਰ ਨੇ ਜਿਹੜੇ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਕਹਿੰਦੇ WTO is a landmark in the history of multilateral trade relations ਕਹਿੰਦੇ ਕਿ ਆ WTO is a new globally recognized trade organization ਕਹਿੰਦੇ ਗਲੋਬਲ ਲੈਵਲ ਤੇ WTO ਇੱਕ ਨਿਊ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੂੰ ਰਿਕਗਨਾਈਜ਼ ਕੀਤਾ ਗਿਆ ਹੈ ਵਿਦ ਦ ਨਿਊ ਨੇਮ ਸੁਸੀਡਿੰਗ ਗੇਟ ਔਨ ਰਿਨਿਊਡ ਐਗਰੀਮੈਂਟ ਗੇਟ ਦੀ ਜਗ੍ਹਾ ਤੇ ਨਿਊ ਨੇਮ ਕੀ WTO ਐਂਡ ਹੈਵਿੰਗ ਅ ਨਿਊ ਵਿਜ਼ਨਸ ਦਾ ਇਨਫੋਰਸਮੈਂਟ ਪਾਵਰ ਟੂ ਪ੍ਰਮੋਟ ਇੰਟਰਨੈਸ਼ਨਲ ਟ੍ਰੇਡ ਤੇ ਇਨਫੋਰਸਮੈਂਟ ਪਾਵਰ ਦੇ ਨਾਲ ਜਿਹਦੇ ਥਰੂ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਉਹਨੂੰ ਪ੍ਰਮੋਟ ਕੀਤਾ ਜਾ ਸਕੇ ਤੇ ਉਸ ਤੋਂ ਬਾਅਦ ਕਹਿੰਦੇ ਜਿਹੜੀ TO ਕੰਸਿਸਟ ਆਫ ਇਹ ਕਹਿੰਦੇ ਕਾਉਂਸਲ ਫਾਰ ਗੁੱਡ ਸਰਵਿਸਿਜ਼ ਐਂਡ ਕਾਉਂਸਲ ਫਾਰ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਵਰਲਡ ਬੈਂਕ IMF ਕਹਿੰਦੇ ਜਿਹੜੀਆਂ ਇਹ ਗ੍ਰੇਟ ਪਾਲਿਸੀਜ਼ ਨੇ ਉਹ ਕਿਹਦੇ ਅੰਡਰ ਆਉਂਦੀਆਂ ਨੇ WTO ਦੇ ਅੰਡਰ ਹੀ ਆਉਂਦੀਆਂ ਨੇ ਕਹਿੰਦੇ ਵਰਲਡ ਬੈਂਕ IMF ਵਰਲਡ ਬੈਂਕ IF ਇੰਟਰਨੈਸ਼ਨਲ ਮੋਨਿਟਰੀ ਫੰਡ ਵੀ ਇਹਦੇ ਅੰਡਰ ਹੀ ਕੀ ਕਰਦਾ ਹੈ ਵਰਕ ਕਰਦਾ ਹੈ ਕਹਿੰਦੇ 77 ਜਿਹੜੀਆਂ ਮੈਂਬਰ ਕੰਟਰੀਜ਼ ਆਫ WTO 1 January 1995 ਦੇ ਵਿੱਚ ਸੀਗੀਆਂ ਕਹਿੰਦੇ since the number of members countries of WTO has been increased ਲੇਕਿਨ ਹੁਣ ਇਨਕਰੀਜ਼ ਹੋ ਰਹੀਆਂ ਨੇ ਹੁਣ presently times ਕਹਿੰਦੇ since 29 July 2016 ਕਹਿੰਦੇ ਪ੍ਰੋਮੋਟ ਕਰਨਾ ਵਰਲਡ ਟ੍ਰੇਡ ਨੂੰ ਡਿਫਰੈਂਟ ਕੰਟਰੀਜ਼ ਦੀ ਵਿਚਲੀ ਟ੍ਰੇਡ ਨੂੰ ਤਾਂ ਜੋ ਜਿਹੜੀ ਟ੍ਰੇਡ ਦੇ ਵਿੱਚ ਹਰ ਇੱਕ ਕੰਟਰੀ ਆ ਰਹੀ ਹੈ ਉਹਨੂੰ ਕੀ ਹੋਵੇ ਬੈਨੀਫਿਟ ensure that developing countries secure a better balance in sharing of the advantage resulting for the expansion of international trade corresponding to their developmental needs ਕਹਿੰਦੇ ਕਿ ਆ different countries ਜਿਹੜੇ developing countries ਨੇ ਉਹਨਾਂ ਦੇ ਜਿਹੜੇ ਸ਼ੇਅਰ ਆ ਉਹਦੇ ਵਿੱਚ better balance ਬਣਾ ਕੇ ਰੱਖਣਾ ਤਾਂ ਜੋ resulting base ਤੇ ਉਹਨਾਂ ਨੂੰ ਐਡਵਾਂਟੇਜ ਉਹਨਾਂ ਦੀ ਜਿਹੜੀ ਐਡਵਾਂਟੇਜ ਉਹਦੇ ਐਕਸਪੈਂਸ਼ਨ ਹੋਵੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਤੇ ਡਿਵੈਲਪਿੰਗ ਜਿਹੜੀਆਂ ਨੀਡਸ ਨੇ ਉਹਨਾਂ ਦੀਆਂ ਪੂਰੀਆਂ
demolish all hurdles to an open world trading systems and ਜਿਹੜੀਆਂ ਆਪਣੇ ਓਪਨ ਟ੍ਰੇਡਿੰਗ ਸਿਸਟਮ ਦੇ ਵਿੱਚ ਓਪਨ ਵਰਲਡ ਟ੍ਰੇਡਿੰਗ ਸਿਸਟਮ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਸੀ ਹਰਡਲਸ ਆ ਰਹੀਆਂ ਸੀ ਉਹਨੂੰ ਡੀਮੋਲਿਸ਼ ਕੀਤਾ ਗਿਆ ਹੈ ਜਿਵੇਂ ਕਿ ਪਹਿਲਾਂ ਟੈਰਿਫ ਜ਼ਿਆਦਾ ਨਹੀਂ ਸੀਗੀਆਂ ਕੁਝ ਦੇ ਗੁड्स ਦੇ ਟੈਰਿਫ ਨੂੰ ਇਨਕਰੀਜ਼ ਕੀਤਾ ਗਿਆ ਕੁਝ ਤੇ ਘਟਾਇਆ ਗਿਆ ਅਕੋਰਡਿੰਗ ਟੂ ਰਿਕੁਆਇਰਮੈਂਟਸ एंड उसके बाद यूजर इन इंटरनेशनल इकोनॉमिक्स renaissance because the world is an effective instrument to other economic growth ਜਿਵੇਂ ਕਿ ਤੁਸੀਂ ਜਾਣਦੇ ਹੋ ਕਿ economic growth main जो है अपनी economic growth किस चीज पे भी डिपेंड करती है इंटरनेशनल ट्रेड पे भी डिपेंड करती है effective instrument से डिपेंड करती है ताकि साडी ਜਿਹੜੀ इंस्ट्रूमेंट्स से जो growth है ज्यादा हो सके enhance competitiveness among all trading partners so as to benefit consumer and help in global integration. Expand and utilize world resources to the best. ਕਹਿੰਦੇ ਉਹਨਾਂ ਰਿਸੋਰਸਿਸ ਤੇ ਐਕਸਪੈਂਡ ਕਰਨਾ ਵਰਲਡ ਦੇ ਰਿਸੋਰਸਿਸ ਤੇ ਜਿਨ੍ਹਾਂ ਦੀ ਬੈਸਟ ਯੂਟਿਲਾਈਜੇਸ਼ਨ ਹੋ ਸਕੇ ਪ੍ਰੋਪਰ ਯੂਟਿਲਾਈਜੇਸ਼ਨ ਹੋ ਸਕੇ ਉਹਨਾਂ ਦੇ ਥਰੂ ਪ੍ਰੋਡਕਸ਼ਨ ਕਰਕੇ ਉਹਨਾਂ ਕੰਟਰੀਜ਼ ਦੇ ਦੁਆਰਾ ਜਿਹੜੇ ਗੁੱਡਸ ਨੇ ਉਹਨਾਂ ਨੂੰ ਕੀ ਕਰਨਾ ਐਕਸਪੋਰਟ ਕਰਨਾ improve the level of living for the global population कहते ਜਿਹੜੀ global population ਹੈ ਵਿੱਚ ਲੋਕ ਹੈ ਕਹਿੰਦੇ ਉਹਦੀ ਜਿਹੜੀ living ਆ lifestyle ਆ ਉਹਨੂੰ ਕੀ ਕਰਨਾ improve ਕਰਨਾ and speed up economic development of the member nations ਤੇ ਜਿੰਨੀਆਂ ਵੀ ਕੰਟਰੀਜ਼ ਜਿਹੜੀਆਂ ਉਸ ਤੋਂ ਬਾਅਦ ਹੈ structures or organizational structure of WTO ਦੀ ਜਿਹੜੀ structure ਹੈ ਉਹ ਕਿੱਦਾਂ WTO ਦੇ ਵਿੱਚ 4 ਲੈਵਲ ਨੇ level 1 level 2 level 3 and level 4 the first level is ministerial conference ਕਹਿੰਦੇ ministerial conference is the first level it is the highest hierarchical level in organization structures ਕਹਿੰਦੇ ਇਹ WTO ਦੀ structures ਦਾ high level ਹੈ ਕਹਿੰਦੇ ਕੀ ਕਰਦਾ compose ਕਰਦਾ representative of all the members which meet at least once every 2 years ਕਹਿੰਦੇ ਇਹ ਸਾਰੇ ਮੈਂਬਰਸ ਨੂੰ ਰਿਪਰੈਜ਼ੈਂਟ ਕਰਦਾ ਜਿਹੜੇ ਕਿ 2 ਸਾਲ ਦੇ ਵਿੱਚ ਇੱਕ ਵਾਰ ਕੀ ਕਰਦੇ ਨੇ ਆਪਸ ਦੇ ਵਿੱਚ ਜ਼ਰੂਰ ਮੀਟ ਕਰਦੇ ਨੇ ਇਟ ਇਜ਼ ਅ ਪਾਲਿਸੀ ਐਂਡ ਸਟ੍ਰੈਟਜੀ ਮੇਕਿੰਗ ਬਾਡੀ ਇਹ ਜਿਹੜੀ ਪਾਲਿਸੀਜ਼ ਨੇ ਤੇ ਸਟ੍ਰੈਟਜੀ ਹੈ ਜਿਹੜੀ ਉਹ ਮਿਨਿਸਟਰੀਅਲ ਕਾਨਫਰੰਸ ਬਣਾਉਂਦੀ ਆ ਕਹਿੰਦੇ ਇਹ ਡਿਸੀਜਨ ਲੈਂਦੀ ਆ ਆਲ ਮੈਟਰਸ ਤੇ ਅੰਡਰ ਮਲਟੀਲੇਟਰਲ ਟ੍ਰੇਡ ਐਗਰੀਮੈਂਟਸ ਜਿਹੜੇ ਮਲਟੀਲੇਟਰਲ ਟ੍ਰੇਡ ਐਗਰੀਮੈਂਟਸ ਨੇ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਸਾਰੇ ਡਿਸੀਜਨਸ ਨੇ ਉਹ ਮਲਟੀਲੇਟਰਲ ਜਿਹੜੀ ਕਾਨਫਰੰਸ ਹੈ ਇਹ ਲੈਂਦੀ ਹੈ ਕੈਰੀਜ਼ ਆਊਟ ਦਾ ਫੰਕਸ਼ਨਸ ਆਫ WTO ਜੋ ਵੀ WTO ਦੇ ਫੰਕਸ਼ਨਸ ਨੇ ਉਹ ਵੀ ਇਹਨਾਂ ਨੂੰ ਦੱਸਦੇ ਆ ਆਪਾਂ ਨੂੰ ਮਿਨਿਸਟਰੀਅਲ ਕਾਨਫਰੰਸ ਹੀ ਦੱਸਦੀ ਆਬਜੈਕਟਿਵਸ ਐਕਸ਼ਨ ਨੇ ਜੋ ਨੈਸੈਸਿਟੀ ਲੈਣਾ ਜ਼ਰੂਰੀ ਨੇ ਉਹ ਸਾਰੇ ਐਕਸ਼ਨਸ ਵੀ ਮਿਨਿਸਟਰ ਦੇ ਦੁਆਰਾ ਹੀ ਕੀਤੇ ਜਾਂਦੇ Then second level is the General Council. General Council level is the second level. And it is the executive body of the WTO. The ministerial conference gets the policies and strategies. ਕਹਿੰਦੇ ਉਹ ਬਣਾਉਂਦੀ ਸੀਗੀ ਲੇਕਿਨ ਇੰਪਲੀਮੈਂਟ ਕੌਣ ਕਰਦੀ ਸੀ ਜਨਰਲ ਕਾਉਂਸਲ ਇੰਪਲੀਮੈਂਟ ਕਰਦੀ ਆ ਆਲ ਦਾ ਮੈਂਬਰ ਕੰਟਰੀਜ਼ ਆਫ WTO ਹੈਵ देयर ਰਿਪਰੈਜ਼ੈਂਟੇਟਿਵ ਕਹਿੰਦੇ ਜਿਹੜੀਆਂ ਸਾਰੀਆਂ ਕੰਟਰੀਜ਼ ਨੇ ਦੀਆਂ ਰਿਪਰੈਜ਼ੈਂਟੇਟਿਵ ਨੇ ठीक है जनरल काउंसिल दिया ते ये की कर दिया discharge of the responsibilities of the dispute settlement body as a given in the understanding to rules and procedures governing the settlement of dispute जो भी disputes ने अपने ट्रेड ਦੇ ਵਿੱਚ ਉਹਨਾਂ ਦੀ ਸੈਟਲਮੈਂਟ ਕਰ ਦਿਆ ਤੇ ਡਿਸਚਾਰਜ ਕਰ ਦਿਆ ਪੈਨਲਸ ਕਰ ਦਿਆ ਐਂਡ ਐਪਲੀਟ ਬੋਡੀ ਡਿਸਪਿਊਟ ਸੈਟਲਮੈਂਟ ਪੈਨਲਸ ਨੇ ਜਿਹੜੇ ਉਹ ਬਣਾਉਂਦੀ ਹੈ ਡਿਫਰੈਂਟ ਕੰਟਰੀਜ਼ ਤੇ ਠੀਕ ਹੈ ਤੇ ਉਸ ਤੋਂ ਬਾਅਦ ਇਹਦਾ ਕੀ ਹੈ ਦਾ ਵਰਕ ਟੂ ਬਾਡੀਜ਼ may have to own their representative chairman and may form their own respective rules of procedures ਕਹਿੰਦੇ ਇਹਨਾਂ ਦੇ ਆਪਣੇ ਆਪਣੇ ਦੋਨਾਂ ਦੇ ਲੈਵਲ ਫਰਸਟ ਤੇ ਲੈਵਲ 2 ਦੇ ਚੇਅਰਮੈਨ ਹੁੰਦੇ ਨੇ ਤੇ ਆਪਣੇ ਆਪਣੇ ਇਹਨਾਂ ਦੇ ਕੀ ਹੁੰਦੇ ਨੇ ਰੂਲਸ ਹੁੰਦੇ ਨੇ ਜੋ ਫੁਲਫਿਲ ਕਰਦੇ ਨੇ ਆਪਣੀਆਂ ਰਿਸਪੌਂਸਿਬਿਲਿਟੀ ਦੇ ਅਕੋਰਡਿੰਗ ਐਂਡ ਥਰਡ ਲੈਵਲ ਜਿਹਨੂੰ ਬੋਲੇ ਜਾਂਦਾ ਹੈ ਫੰਕਸ਼ਨਲ ਕਾਉਂਸਲ ਅੰਡਰ ਦਾ ਜਨਰਲ ਕਾਉਂਸਲ ਕਹਿੰਦੇ ਇਹ ਫੰਕਸ਼ਨਲ ਕਾਉਂਸਲ ਹੈ ਜਿਹੜੀ ਆਪਣੀ ਜਨਰਲ ਕਾਉਂਸਲ ਦੇ ਅੰਡਰ ਆਉਂਦੀ ਹੈ ਕਹਿੰਦੇ ਇਹਦੇ ਵਿੱਚ 3 ਫੰਕਸ਼ਨਲ ਕਾਉਂਸਲਸ ਹੁੰਦੀਆਂ ਨੇ ਠੀਕ ਹੈ ਜਨਰਲ ਕਾਉਂਸਲ ਦੇ ਅੰਡਰ ਥਰਡ ਲੈਵਲ ਦੀ ਜਿਹੜੀ ਆਪਣੀ ਕਾਉਂਸਲ ਹੈ ਆਉਂਦੀ ਹੈ ਦੈਟ ਇਜ਼ ਅ ਫੰਕਸ਼ਨਲ ਲੈਵਲਸ ਇਹਦੇ ਵਿੱਚ ਕਾਉਂਸਲ ਇਹਦੇ ਵਿੱਚ 3 ਟਾਈਪਸ ਆਫ ਫੰਕਸ਼ਨਸ ਹੁੰਦੇ ਨੇ ਦਾ ਫਰਸਟ ਇਜ਼ ਕਾਉਂਸਲ ਫॉर ਟ੍ਰੇਡ ਇਨ ਗੁੱਡਸ
ਕਹਿੰਦੇ ਜਿਹਦੇ ਇਹਦੇ ਵਿੱਚ ਕੀ ਹੁੰਦੀ ਹੈ ਟ੍ਰੇਡ ਇਨ ਗੁੱਡਸ ਹੁੰਦੀ ਹੈ ਜਿਹਦੇ ਵਿੱਚ ਦਾ ਕਾਉਂਸਲ ਅੰਡਰਟੇਕਸ ਦਾ ਫੰਕਸ਼ਨਿੰਗ ਆਫ ਦਾ ਮਲਟੀਲੇਟਰਲ ਟ੍ਰੇਡ ਐਗਰੀਮੈਂਟਸ ਰਿਲੇਟਡ ਟੂ ਦਾ ਟ੍ਰੇਡ ਇਨ ਗੁੱਡਸ ਕਿ ਜਦੋਂ ਗੁੱਡਸ ਦੀ ਟ੍ਰੇਡ ਕੀਤੀ ਜਾਂਦੀ ਹੈ ਤਾਂ ਉਹਦੇ ਨਾਲ ਰਿਲੇਟਡ ਜੋ ਵੀ ਮਲਟੀਲੇਟਰਲ ਟ੍ਰੇਡ ਐਗਰੀਮੈਂਟਸ ਨੇ ਉਹਦੇ ਥਰੂ ਸਾਈਨ ਕੀਤੇ ਜਾਂਦੇ ਨੇ ਐਂਡ ਕਾਉਂਸਲ ਫॉर ਟ੍ਰੇਡ ਇਨ ਸਰਵਿਸਿਜ਼ ਕਹਿੰਦੇ ਇਹਦੇ ਵਿੱਚ ਕਹਿੰਦੇ ਫੰਕਸ਼ਨਿੰਗ ਜਿਹੜੀ MTA ਜਿਹੜੀ ਮਲਟੀਨੈਸ਼ਨਲ ਜਿਹੜੀ ਟ੍ਰੇਡ ਆਪਣੇ ਐਗਰੀਮੈਂਟਸ ਨੇ ਉਹ ਸਾਈਨ ਹੁੰਦੇ ਨੇ ਸਰਵਿਸਿਜ਼ ਨਾਲ ਰਿਲੇਟਡ ਐਂਡ ਥਰਡ ਇਜ਼ Council for Trade Related Aspects of Intellectual Property Right ਕਹਿੰਦੇ 3 ਲੈਵਲਸ ਦੇ ਵਿੱਚ ਜਿਹੜਾ ਥਰਡ ਫੰਕਸ਼ਨ ਹੈ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਦੇ ਅੰਡਰ ਕਹਿੰਦੇ ਜਿਹਦੇ ਵਿੱਚ ਇੰਪਲੀਮੈਂਟੇਸ਼ਨਸ ਕੀਤੀ ਜਾਂਦੀ ਹੈ ਐਂਡ ਫੰਕਸ਼ਨਿੰਗ ਕੀਤੀ ਜਾਂਦੀ ਹੈ ਆਲ ਐਗਰੀਮੈਂਟਸ ਜਿਹੜੇ ਰਿਲੇਟ ਕੀ ਕਰਦੇ ਨੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਏਰੀਆਜ਼ ਦੇ ਨਾਲ ਰਿਲੇਟ ਕਰਦੇ and the fourth level is committees and management bodies ਇਹਦੇ ਵਿੱਚ ਜਿੰਨੀਆਂ ਵੀ ਕਮੇਟੀਜ਼ ਨੇ ਤੇ ਮੈਨੇਜਮੈਂਟ ਬੋਡੀਜ਼ ਨੇ ਉਹ ਆਉਂਦੀਆਂ ਨੇ ਇਹਦੇ ਵਿੱਚ ਕਮੇਟੀਜ਼ ਔਨ ਟ੍ਰੇਡ ਐਂਡ ਡਿਵੈਲਪਮੈਂਟ ਕਹਿੰਦੇ ਜਿਹੜੀਆਂ ਟ੍ਰੇਡ ਐਂਡ ਡਿਵੈਲਪਮੈਂਟ ਨਾਲ ਰਿਲੇਟਡ ਨੇ ਸਾਰੀਆਂ ਕਮੇਟੀਜ਼ ਦੇ ਅੰਡਰਸ ਆਉਂਦੀਆਂ ਨੇ ਤੇ ਉਸ ਤੋਂ ਬਾਅਦ ਹੈਗਾ ਡਿਵੈਲਪਿੰਗ ਕੰਟਰੀਜ਼ ਤੇ ਡਿਵੈਲਪਿੰਗ ਕੰਟਰੀਜ਼ ਦੋਨਾਂ ਦੀਆਂ ਜਿਹੜੇ ਇਸ਼ੂਸ ਨੇ ਉਹਨਾਂ ਨੂੰ ਸੋਲਵ ਕੀਤਾ ਜਾਂਦਾ ਹੈ ਇਹਦੇ ਵਿੱਚ ਕਮੇਟੀਜ਼ ਔਨ ਟ੍ਰੇਡ ਐਂਡ ਡਿਵੈਲਪਮੈਂਟ ਦੇ ਵਿੱਚ ਉਸ ਤੋਂ ਬਾਅਦ ਹੈ ਕਮੇਟੀਜ਼ ਆਫ ਬੈਲੈਂਸ ਆਫ ਪੇਮੈਂਟਸ BOP ਆਪਣਾ ਫੇਵਰੇਬਲ ਹੋਵੇ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਹੋਵੇ ਇਹਦੇ ਕਹਿੰਦੇ ਮਈਅਰਸ ਦੇ ਲਈ ਮੈਂਬਰ ਕੰਟਰੀਜ਼ ਦੇ ਵਿੱਚ ਕਿਸੇ ਵਿੱਚ BOP ਡੈਫਿਸਿਟ ਹੈ ਫੇਵਰੇਬਲ ਹੈ ਅਨਫੇਵਰੇਬਲ ਹੈ ਕਹਿੰਦੇ ਉਹਦੇ ਨਾਲ ਜਿਹੜੀਆਂ BOP ਨਾਲ ਰਿਲੇਟਡ ਪ੍ਰੋਬਲਮਸ ਨੇ ਉਹ ਕਮੇਟੀਜ਼ ਔਨ ਬੈਲੈਂਸ ਪੇਮੈਂਟਸ ਦੇ ਵਿੱਚ ਸੋਲਵ ਕੀਤੀਆਂ ਜਾਂਦੀਆਂ ਨੇ ਐਂਡ ਫੋਰਥ ਲੈਵਲ ਦੇ ਵਿੱਚ ਜਿਹੜੀ ਥਰਡ ਹੈ ਆਪਣੀ ਕਮੇਟੀ ਔਨ ਬਜਟ ਫਾਈਨਾਂਸ ਐਂਡ ਐਡਮਿਨਿਸਟ੍ਰੇਸ਼ਨ ਹੁਣ WTO ਦੇ ਵਿੱਚ ਬਜਟ ਦਾ ਧਿਆਨ ਰੱਖਣਾ ਫਾਈਨਾਂਸ ਦਾ ਤੇ ਐਡਮਿਨਿਸਟ੍ਰੇਸ਼ਨ ਨੂੰ ਦੇਖਣਾ ਜ਼ਰੂਰੀ ਆ ਤਾਂ ਐਡਮਿਨਿਸਟ੍ਰੇਸ਼ਨ ਬਜਟ ਐਂਡ ਫਾਈਨਾਂਸ ਨਾਲ ਰਿਲੇਟਡ ਜੋ ਵੀ ਇਸ਼ੂਸ ਨੇ ਤਾਂ ਇਹਨਾਂ ਕਮੇਟੀਜ਼ ਦੇ ਵਿੱਚ ਇਹਦੇ ਨਾਲ ਡੀਲ ਕੀਤੀ ਜਾਂਦੀ ਹੈ ਤਾਂ ਇਹ ਸੀਗੇ ਆਪਣੇ ਸਟਰਕਚਰ ਆਫ WTO ਦੇ 4 ਲੈਵਲਸ ਉਸ ਤੋਂ ਬਾਅਦ ਹੈ ਆਪਣਾ ਜਿਵੇਂ ਕਿ ਤੁਸੀਂ ਦੇਖੀ ਹੈ ਮੈਂ ਤੁਹਾਨੂੰ ਦੱਸਿਆ ਹੈ ਮਿਨਿਸਟਰੀਅਲ ਕਾਨਫਰੰਸ ਜਿਹਦੇ ਵਿੱਚ ਕਹਿੰਦੇ ਆਪਣੇ ਰੂਲਸ ਰੈਗੂਲੇਸ਼ਨਸ ਨੂੰ ਬਣਾਇਆ ਜਾਂਦਾ ਹੈ ਡਿਸੀਜਨਸ ਲਿੱਤੇ ਜਾਂਦੇ ਨੇ ਠੀਕ ਹੈ ਤੇ ਜਿੰਨੇ ਵੀ ਮੈਂਬਰ ਕੰਟਰੀਜ਼ ਹੁੰਦੀਆਂ ਨੇ ਇਹਨਾਂ ਨੂੰ 2 ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਮੀਟ ਕਰਨਾ ਪੈਂਦਾ ਹੈ ਤੇ ਇਸ ਤੋਂ ਬਾਅਦ ਸੈਕੰਡ ਲੈਵਲ ਤੇ ਆਪਣਾ ਜਨਰਲ ਕਾਉਂਸਲ ਆਉਂਦੀ ਆ ਜਿਹਦੇ ਵਿੱਚ ਕਹਿੰਦੇ ਇੰਪਲੀਮੈਂਟੇਸ਼ਨ ਆਫ ਰੂਲ ਐਂਡ ਰੈਗੂਲੇਸ਼ਨਸ ਹੁੰਦੀ ਆ ਤੇ ਕਹਿੰਦੇ ਇਹਦੇ ਵਿੱਚ 2 ਬਾਡੀਜ਼ ਨੇ ਦੀਆਂ ਟ੍ਰੇਡ ਪਾਲਿਸੀ ਰਿਵਿਊ ਬਾਡੀ TPRB ਐਂਡ ਡਿਸਪਿਊਟ ਸੈਟਲਮੈਂਟ ਬਾਡੀ ਜੋ ਡਿਸਪਿਊਟਸ ਦੇ ਸੋਲਵ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਥਰਡ ਐਂਡ ਫੋਰਥ ਦੇ ਵਿੱਚ ਕਮੇਟੀਜ਼ ਆਪਣਾ ਫੋਰਥ ਦੇ ਵਿੱਚ ਕਮੇਟੀਜ਼ ਆਉਂਦੀਆਂ ਨੇ ਕਮੇਟੀਜ਼ ਵਰਕਿੰਗ ਗਰੁੱਪਸ ਦੇ ਵਿੱਚ ਆਪਣੀਆਂ ਟ੍ਰੇਡ ਨਾਲ ਰਿਲੇਟਡ ਡਿਵੈਲਪਮੈਂਟ ਨਾਲ ਰਿਲੇਟਡ ਬੈਲੈਂਸ ਆਫ ਪੇਮੈਂਟ ਨਾਲ ਰਿਲੇਟਡ ਫਾਈਨਾਂਸ ਐਡਮਿਨਿਸਟ੍ਰੇਸ਼ਨ ਐਂਡ ਬਜਟ ਨਾਲ ਰਿਲੇਟਡ ਕਮੇਟੀਜ਼ ਆਉਂਦੀਆਂ ਨੇ ਐਂਡ ਥਰਡ ਲੈਵਲ ਦੇ ਵਿੱਚ ਆਉਣਾ ਸੀਗਾ ਕਾਉਂਸਲ ਫਾਰ ਟ੍ਰੇਡ ਇਨ ਗੁੱਡਸ ਟ੍ਰੇਡ ਇਨ ਸਰਵਿਸਿਜ਼ ਐਂਡ ਉਸ ਤੋਂ ਬਾਅਦ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਆਉਂਦਾ ਸੀਗਾ ਕਾਉਂਸਲ ਫਾਰ ਟ੍ਰਿਪਸ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਕਾਉਂਸਲ ਫਾਰ ਟ੍ਰੇਡ ਇਨ ਸਰਵਿਸਿਜ਼ ਕਾਉਂਸਲ ਫਾਰ ਟ੍ਰਿਮਸ ਜੋ ਸਰਵਿਸਿਜ਼ ਮੈਂ ਤੁਹਾਨੂੰ ਦੱਸਿਆ ਟ੍ਰਿਪਸ ਦੱਸਿਆ ਟ੍ਰਿਮਸ ਦੱਸਿਆ ਐਂਡ ਟ੍ਰੇਡ ਨੈਗੋਟੀਏਸ਼ਨਸ ਕਮੇਟੀਜ਼ ਆਉਂਦੀਆਂ ਸੀਗੀਆਂ ਇਹ ਸੀਗੀਆਂ ਦਿਸ ਇਜ਼ ਅ ਸਟਰਕਚਰ ਆਫ WTO ਜਿਹਦੇ ਵਿੱਚ 4 ਲੈਵਲਸ ਨੂੰ ਕੀ ਕੀਤਾ ਗਿਆ ਹੈ ਦੱਸਿਆ ਗਿਆ ਉਸ ਤੋਂ ਬਾਅਦ ਹੈ ਟ੍ਰੇਡ ਐਗਰੀਮੈਂਟਸ ਕਹਿੰਦੇ ਜਿਹੜੇ ਟ੍ਰੇਡ ਐਗਰੀਮੈਂਟਸ ਨੇ ਪ੍ਰਿੰਸੀਪਲਸ ਆਫ WTO ਕਿਹੜੇ ਐਗਰੀਮੈਂਟਸ ਨੇ ਜਿਹੜੇ ਗੇਟਸ ਦੇ ਵਿੱਚ ਸਾਈਨ ਕੀਤੇ ਜਾਂਦੇ ਸੀ ਜੇ WTO ਦੇ ਵਿੱਚ ਸਾਈਨ ਹੁੰਦੇ ਨੇ ਬੇਸਿਕ ਪ੍ਰਿੰਸੀਪਲਸ ਟ੍ਰੇਡ ਐਗਰੀਮੈਂਟਸ ਕਿਹੜੇ ਹੋ ਸਕਦੇ ਨੇ ਤਾਂ ਬੇਸਿਕ ਪ੍ਰਿੰਸੀਪਲਸ ਆਫ ਦਾ ਮਲਟੀਲੇਟਰਲ ਟ੍ਰੇਡਿੰਗ ਸਿਸਟਮਸ ਐਜ਼ ਅ ਇੰਪੋਰਟ in ਕਹਿੰਦੇ WTO agreements ਜਿਹਦੇ ਵਿੱਚ ਕੀ ਹੈ derive mostly from of principles that constituted the foundations of GATT ਕਹਿੰਦੇ GATT ਤੋਂ ਬਾਅਦ ਹੀ ਜਿਹੜਾ ਆਪਣਾ WTA ਆਰਗੇਨਾਈਜੇਸ਼ਨਸ ਬਣੀਆਂ ਤਾਂ ਬੇਸਿਕ ਜਿਹੜੇ ਪ੍ਰਿੰਸੀਪਲਸ ਨੇ ਗ੍ਰਾਂਟਡ ਕੀਤੇ ਗਏ ਨੇ ਆਪਰੇਸ਼ਨਸ ਇਨ ਇਹਦੇ ਵਿੱਚ ਕੀ ਆ ਤਾਂ ਟ੍ਰੇਡ ਵਿਦਆਊਟ ਡਿਸਕ੍ਰਿਮੀਨੇਸ਼ਨ ਦਿਸ ਇਜ਼ ਅ ਫਰਸਟ ਜਿਹੜਾ ਹੈਗਾ ਐਗਰੀਮੈਂਟ ਆਪਣਾ ਸਾਈਨ ਕੀਤਾ ਗਿਆ ਸੀਗਾ ਟ੍ਰੇਡ ਵਿਦਆਊਟ ਡਿਸਕ੍ਰਿਮੀਨੇਸ਼ਨਸ ਕਹਿੰਦੇ ਜਿੰਨੀਆਂ ਵੀ ਆਪਣੀਆਂ ਕੰਟਰੀਜ਼ ਨੇ ਉਹਨਾਂ ਦੇ ਵਿੱਚ ਜਿਹੜੀ ਟ੍ਰੇਡ ਹੋ ਰਹੀ ਹੈ ਉਹ ਵਿਦਆਊਟ ਡਿਸਕ੍ਰਿਮੀਨੇਸ਼ਨਸ ਹੋਵੇ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੂੰ ਇਕੁਅਲੀ ਟ੍ਰੇਡ ਕੀਤਾ ਜਾਵੇ ਟੈਰਿਫ ਐਰੀਅਰਸ ਜਾਂ ਜੋ ਵੀ ਕੋਟਾ ਵਗੈਰਾ ਹੈ ਸਾਰੀਆਂ ਤੇ ਇਕੁਅਲੀ ਫਿਕਸ ਹੋਣਾ ਚਾਹੀਦਾ ਹੈ ਤਾਂ ਟ੍ਰੇਡ ਵਿਦਆਊਟ ਡਿਸਕ੍ਰਿਮੀਨੇਸ਼ਨਸ ਦੇ ਵਿੱਚ ਜਿਹੜਾ ਆਪਣਾ ਫਰਸਟ ਕਲੂਜ਼ ਸੀਗਾ ਐਂਡ ਨੈਸ਼ਨਲ ਟ੍ਰੀਟਮੈਂਟ ਸੀਗਾ ਦੈਟ ਇਜ਼ ਅ MFN ਮੋਸਟ favored nation that is a MFN ਜਿਹਨੂੰ ਬੋਲਿਆ ਜਾਂਦਾ ਹੈ ਮੋਸਟ ਫੇਵਰਡ ਨੇਸ਼ਨਸ ਕਹਿੰਦੇ ਇਹਦੇ ਵਿੱਚ ਕੀ ਹੁੰਦਾ ਸੀ ਕਹਿੰਦੇ ਕਿਸ ਆਪਣੇ ਬੇਸਿਕ ਪ੍ਰਿੰਸੀਪਲਸ ਤੇ ਟ੍ਰੀਟ ਕਰਦੀ ਸੀਗੀ ਕਹਿੰਦੇ ਅਦਰ ਪੀਪਲਸ ਇਕੁਅਲੀ ਕਹਿੰਦੇ ਇਹਦੇ ਵਿੱਚ ਕੀ ਹੁੰਦਾ ਸੀ ਬੇਸਡ ਔਨ ਦਾ ਪ੍ਰਿੰਸੀਪਲਸ ਆਫ ਟ੍ਰੀਟਿੰਗ ਅਦਰ ਪੀਪਲਸ ਇਕੁਅਲੀ ਅੰਡਰ ਦਾ WTO ਐਗਰੀਮੈਂਟ ਕੰਟਰੀਜ਼ ਕੈਨ ਨਾਟ ਨਾਰਮਲੀ ਡਿਸਕ੍ਰਿਮੀਨੇਟ ਬਿਟਵੀਨ देयर ਟ੍ਰੇਡਿੰਗ ਪਾਰਟਨਰਸ ਕਹਿੰਦੇ WTO ਦੇ ਵਿੱਚ ਜਿੰਨੇ ਵੀ ਪਾਰਟਨਰਸ ਨੇ ਟ੍ਰੇਡ ਕਰ ਰਹੇ ਨੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਕਹਿੰਦੇ ਗ੍ਰਾਂਟ ਸਮਵਨ ਅ ਸਪੈਸ਼ਲ
ਫੇਵਰ ਕਹਿੰਦੇ ਅਗਰ ਕਿਸੇ ਵੀ ਜਿਹੜੀ ਕੰਟਰੀ ਆ ਉਹਨੂੰ ਸਪੈਸ਼ਲ ਗ੍ਰਾਂਟ ਕੀਤੀ ਦਿੱਤੀ ਜਾਂਦੀ ਹੈ ਉਹਦੇ ਫੇਵਰ ਦੇ ਵਿੱਚ, ਤਦ ਕੀ ਹੋ ਸਕਦਾ, ਜਿਵੇਂ ਕਿ ਲੋਅਰ ਕਸਟਮ ਡਿਊਟੀਜ਼ ਇਨ ਅ ਵਨ ਕੰਟਰੀ, ਇੱਕ ਕੰਟਰੀ ਦੇ ਵਿੱਚ ਕੀ ਆ ਜਿਹੜੀ ਪ੍ਰੋਡਕਟਸ ਤੇ ਕਸਟਮ ਡਿਊਟੀ ਸੀ ਉਹਨੂੰ ਲੋ ਕੀਤਾ ਗਿਆ ਹੈ, ਤਾਂ ਯੂ ਹੈਵ ਟੂ ਡੂ ਦਾ ਸੇਮ ਫॉर ਆਲ ਅਦਰ WTO ਮੈਂਬਰਸ। ਅਗਰ ਤੁਸੀਂ ਇੱਕ ਕੰਟਰੀ ਮੈਂਬਰ ਕੰਟਰੀ ਦੇ ਵਿੱਚ ਜਿਹੜੇ ਕਸਟਮ ਡਿਊਟੀਜ਼ ਨੇ ਉਹਨਾਂ ਨੂੰ ਕੱਟ ਕੀਤਾ ਹੈ, ਤਾਂ ਦੂਸਰੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਕੰਟਰੀ ਮੈਂਬਰਸ ਨੇ ਤਾਂ ਉਹਨਾਂ ਦੀਆਂ ਜਿਹੜੇ ਕਸਟਮ ਡਿਊਟੀਜ਼ ਨੇ ਉਹਨਾਂ ਨੂੰ ਵੀ ਤੁਸੀਂ ਕੱਟ ਕਰਨਾ ਹੀ ਪਏਗਾ। ਕਹਿੰਦੇ ਮੋਸਟ ਫੇਵਰਡ ਨੇਸ਼ਨ ਦੇ ਵਿੱਚ ਸਭ ਨੂੰ ਕਹਿੰਦੇ ਕੀ ਕੀਤਾ ਜਾਣਾ ਚਾਹੀਦਾ, ਇਕੁਅਲੀ ਟ੍ਰੀਟ ਕੀਤਾ ਜਾਣਾ ਚਾਹੀਦਾ। ਅਗਰ ਕਹਿੰਦੇ ਮੈਂਬਰ ਕੰਟਰੀਜ਼ ਦੇ ਵਿੱਚ ਕੋਈ ਵੀ ਟੈਰਿਫ ਬੈਰੀਅਰਸ ਨੇ, ਕੋਟਾ ਇੱਕ ਕੰਟਰੀ ਦੇ ਲਈ ਫਿਕਸ ਕੀਤਾ ਗਿਆ ਹੈ, ਤਾਂ ਡਿਫਰੈਂਟ ਕੰਟਰੀਜ਼ ਦੇ ਲਈ ਵੀ ਉਹ ਸੇਮ ਕੋਟਾ ਤੇ ਜਿਹੜਾ ਹੈ ਟੈਰਿਫ ਜਿਹੜਾ ਬੈਰੀਅਰਸ ਨੇ ਫਿਕਸ ਕਰਨੀਆਂ ਚਾਹੀਦੀਆਂ ਨੇ। ਇੱਦਾਂ ਨਹੀਂ ਕਿ ਤੁਸੀਂ ਡਿਸਕ੍ਰਿਮੀਨੇਸ਼ਨ ਕਰੋ। ਤਾਂ ਦਿਸ ਇਜ਼ ਦਾ ਮੋਸਟ ਫੇਵਰਡ ਨੇਸ਼ਨ। ਐਂਡ ਸੈਕੰਡ ਇਜ਼ ਨੈਸ਼ਨਲ ਟ੍ਰੀਟਮੈਂਟ। ਨੈਸ਼ਨਲ ਟ੍ਰੀਟਮੈਂਟ ਦੇ ਵਿੱਚ ਕੀ ਆ, ਨੈਸ਼ਨਲ ਟ੍ਰੀਟਮੈਂਟ ਰੈਫਰਸ ਟੂ ਟ੍ਰੀਟਿੰਗ ਫੋਰਨ ਐਂਡ ਲੋਕਲ ਇਕੁਅਲੀ ਇੰਪੋਰਟਡ ਐਂਡ ਲੋਕਲ ਪ੍ਰੋਡਿਊਸਰਸ ਗੁੱਡਸ। ਕਹਿੰਦੇ ਇਹਦੇ ਵਿੱਚ ਕੀ ਆ, ਜਿੰਨੇ ਵੀ ਨੈਸ਼ਨਲ ਟ੍ਰੀਟਮੈਂਟਸ ਦੇ ਵਿੱਚ ਜਿੰਨੇ ਵੀ ਰੀਜਨਸ ਨੇ, ਆਪਣੇ ਡਿਸਟ੍ਰਿਕਟਸ ਨੇ, ਉਹਨਾਂ ਦੇ ਵਿੱਚ ਜਦੋਂ ਐਕਸਪੋਰਟ ਇੰਪੋਰਟ ਹੋ ਰਿਹਾ, ਤਾਂ ਸਾਰੇ ਰੀਜਨਸ ਨੂੰ ਤੇ ਫੋਰਨਰਸ ਨੂੰ ਤੇ ਲੋਕਲਸ ਨੂੰ ਕੀ ਕਰਨਾ ਚਾਹੀਦਾ, ਜਨਰਲੀ ਇਕੁਅਲੀ ਟ੍ਰੀਟ ਕੀਤਾ ਜਾਣਾ ਚਾਹੀਦਾ। ਉਹਨਾਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਆਪਣਾ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ। ਸਾਰਿਆਂ ਨੂੰ ਕਹਿੰਦੇ ਫੋਰਨ ਐਂਡ ਲੋਕਲ ਟ੍ਰੇਡਮਾਰਕ, ਕਾਪੀਰਾਈਟ, ਪੇਟੈਂਟ ਰਾਈਟਸ, ਡੋਮੈਸਟਿਕ ਐਂਡ ਫੋਰਨ ਸਰਵਿਸਿਜ਼ ਸਭ ਨੂੰ ਇਕੁਅਲੀ ਪ੍ਰੋਵਾਈਡ ਹੋਣੀਆਂ ਚਾਹੀਦੀਆਂ। Then next is a free trade। ਕਹਿੰਦੇ lowering trade barriers is one of the most obvious mean of encourage trade। ਕਹਿੰਦੇ ਟ੍ਰੇਡ ਨੂੰ ਇਨਕਰੀਜ਼ ਕਰਨ ਦਾ ਮੇਨ ਰਿਸੋਰਸਿਸ ਕੀ ਆ, ਜਿਹੜੀਆਂ ਆਪਣੀਆਂ ਟ੍ਰੇਡ ਬੈਰੀਅਰਸ ਨੇ ਉਹਨਾਂ ਨੂੰ ਕੀ ਕਰਨਾ, ਕੱਟ ਕਰਨਾ। ਕਹਿੰਦੇ ਇਹਦੇ ਵਿੱਚ ਕਸਟਮ ਡਿਊਟੀਜ਼ ਨੂੰ ਕੱਟ ਕਰਨਾ, ਕਹਿੰਦੇ ਤੇ ਇੰਪੋਰਟ ਨੂੰ ਬੈਨ ਕਰਨਾ, ਐਕਸਪੋਰਟ ਨੂੰ ਪ੍ਰਮੋਟ ਕਰਨਾ। ਕਹਿੰਦੇ WTO ਐਗਰੀਮੈਂਟਸ ਦੇ ਵਿੱਚ ਡਿਫਰੈਂਟ ਕੰਟਰੀਜ਼ ਨੇ ਇਹਨਾਂ ਨੇ ਇੰਟਰੋਡਿਊਸ ਕੀਤਾ, ਕਹਿੰਦੇ ਇਹਨੂੰ ਕਿ ਕਿਸ ਤਰ੍ਹਾਂ ਆਪਾਂ ਪ੍ਰੋਗਰੈਸਿਵ ਲਿਬਰਲਾਈਜੇਸ਼ਨਸ ਲੈ ਕੇ ਆ ਸਕਦੇ। ਲਿਬਰਲਾਈਜੇਸ਼ਨਸ ਮੀਨਸ ਜੋ ਵੀ ਟੈਰਿਫ ਬੈਰੀਅਰਸ ਨੇ ਉਹਨਾਂ ਨੂੰ ਘੱਟ ਤੋਂ ਘੱਟ। ਅੱਗੇ ਗਾ ਪ੍ਰੀਡਿਕਟੇਬਲੀ, ਕਹਿੰਦੇ ਕੀ ਆ ਟਰਾਂਸਪੇਰੈਂਸੀ ਦੀ ਗੱਲ ਕੀਤੀ ਗਈ ਆ। ਕਹਿੰਦੇ ਸਮ ਟਾਈਮਸ ਕੀ ਹੁੰਦਾ, promising not to raise a trade barriers can be as important as lowering ones because of promise given the business clearance। ਕਹਿੰਦੇ ਕਈ ਥਾਵਾਂ ਤੇ ਕੀ ਹੁੰਦਾ, ਆਪਾਂ ਨੂੰ ਜਿਹੜੀ ਆਪਣਾ ਕੋਟਾ ਵਗੈਰਾ ਇਹ ਦੇਖ ਕੇ ਫਿਕਸ ਕਰਨਾ ਪੈਂਦਾ ਹੈ। ਇੰਪੋਰਟ ਜਿਹੜਾ ਕੋਟਾ ਹੈ ਉਹ ਆਪਾਂ ਨੂੰ ਜ਼ਿਆਦਾ ਲਗਾਉਣਾ ਚਾਹੀਦਾ ਹੈ, ਐਕਸਪੋਰਟ ਕੋਟਾ ਆਪਾਂ ਨੂੰ ਘੱਟ ਕਰਨਾ ਚਾਹੀਦਾ ਹੈ, ਠੀਕ ਹੈ। ਟੈਰਿਫ ਬੈਰੀਅਰਸ ਉਹਦੇ ਲਈ ਘਟਾਉਣੀਆਂ ਚਾਹੀਦੀਆਂ ਨੇ। ਕਹਿੰਦੇ ਹਰ ਇੱਕ ਚੀਜ਼ ਨੂੰ ਦੇਖਦੇ ਹੋਏ ਡਿਫਰੈਂਟ ਕੰਟਰੀਜ਼ ਦੇ ਅਕੋਰਡਿੰਗ ਉਹਨਾਂ ਦੇ ਨਾਲ ਐਗਰੀ ਕਰਦੇ ਹੋਏ ਉਹਨਾਂ ਦੀ ਸਰਵਿਸਿਜ਼ ਤੇ ਗੁੱਡਸ ਦੀ ਜਿਹੜੀ ਇੰਪੋਰਟ ਐਕਸਪੋਰਟ ਆ ਉਹਨੂੰ ਦੇਖਦੇ ਹੋਏ ਆਪਾਂ ਨੂੰ ਜਿਹੜੀ ਹੈ ਟਰਾਂਸਪੇਰੈਂਸੀ, ਪ੍ਰੈਡਿਕਸ਼ਨ ਤੇ ਪ੍ਰੈਡਿਕਟੇਬਿਲਿਟੀ ਦੇ ਅਕੋਰਡਿੰਗ ਹੀ ਕਰਨਾ ਚਾਹੀਦਾ, ਵਰਕ ਕਰਨਾ ਚਾਹੀਦਾ। ਕਹਿੰਦੇ WTO ਨੂੰ ਐਗਰੀਮੈਂਟ ਕਿਸੇ ਵੀ ਇੱਕ ਕੰਟਰੀ ਦੇ ਅਕੋਰਡਿੰਗ ਨਹੀਂ ਕਰਨਾ ਚਾਹੀਦਾ, ਸਾਰੇ ਕੰਟਰੀਜ਼ ਦੇ ਡਿਸਪਿਊਟਸ ਨੂੰ ਸੋਲਵ ਕਰਦੇ ਹੋਏ, ਉਹਨਾਂ ਦੇ ਪ੍ਰੋਬਲਮਸ ਨੂੰ ਦੇਖਦੇ ਹੋਏ ਕੀ ਕਰਨਾ ਚਾਹੀਦਾ ਹੈ, ਪਾਲਿਸੀਜ਼ ਨੂੰ ਬਣਾਉਣਾ ਚਾਹੀਦਾ ਹੈ, ਰੂਲਸ ਤੇ ਰੈਗੂਲੇਸ਼ਨਸ ਨੂੰ ਬਣਾਉਣਾ ਚਾਹੀਦਾ ਹੈ। ਅੱਗੇ ਕਿ ਪ੍ਰਮੋਟਿੰਗ ਫੇਅਰ ਕੰਪੀਟੀਸ਼ਨਸ। ਕਹਿੰਦੇ ਪ੍ਰਮੋਟਿੰਗ ਫੇਅਰ ਕੰਪੀਟੀਸ਼ਨ ਜਿਹਦੇ ਵਿੱਚ ਮਾਰਕੀਟ ਅਸੈਸ ਹੈ। ਕਹਿੰਦੇ WTO ਨੂੰ ਕੀ ਕਰਨਾ ਚਾਹੀਦਾ, ਫ੍ਰੀ ਟ੍ਰੇਡ ਕਰਨੀ ਚਾਹੀਦੀ ਹੈ ਮਾਰਕੀਟ ਦੇ ਵਿੱਚ, ਤਾਂ ਜੋ ਹਰ ਇੱਕ ਤਰ੍ਹਾਂ ਦਾ ਜਿਹੜਾ ਪ੍ਰੋਡਿਊਸਰ ਹੈ, ਹਰ ਇੱਕ ਤਰ੍ਹਾਂ ਦੀ ਜਿਹੜੀ ਕੰਟਰੀ ਹੈ ਕੰਪੀਟੀਸ਼ਨ ਦੇ ਵਿੱਚ ਆ ਸਕੇ, ਆਪਣੇ ਪ੍ਰੋਡਕਟਸ ਨੂੰ ਐਕਸਪੋਰਟ ਇੰਪੋਰਟ ਕਰ ਸਕੇ ਈਜ਼ੀਲੀ। ਤਾਂ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਇਨਕਰੀਜ਼ ਹੋਵੇ, ਜਿਹਦੇ ਥਰੂ ਆਪਣੀ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਵੇ। ਕਹਿੰਦੇ ਐਕਸਪੋਰਟ ਐਟ ਲੋ ਕਾਸਟ ਟੂ ਗੇਨ ਮਾਰਕੀਟ ਸ਼ੇਅਰ, ਜਿਹਦੇ ਥਰੂ ਆਪਾਂ ਘੱਟ ਤੋਂ ਘੱਟ ਕਾਸਟ ਤੇ ਜਿਹੜੀਆਂ ਡਿਫਰੈਂਟ ਕੰਟਰੀਜ਼ ਨੇ ਜਦੋਂ ਉਹਨਾਂ ਕੋਲ ਆਪਣੇ ਰਿਸੋਰਸ ਐਂਡੋਮੈਂਟਸ ਹੈ ਤੇ ਆਪਣਾ ਕੰਪੈਰੀਟਿਵਲੀ ਉਹ ਐਡਵਾਂਟੇਜ ਲੈ ਰਹੀਆਂ ਨੇ, ਤਾਂ ਆਪਣੇ ਜਿਹੜੇ ਰਿਸੋਰਸ ਆਪਣੀ ਜਿਹੜੀ ਗੁੱਡਸ ਹੈ ਸਬਸਿਡੀਜ਼ ਹੈ ਉਹਨਾਂ ਨੂੰ ਈਜ਼ੀਲੀ ਕੀਆ ਐਕਸਪੋਰਟ ਕਰਕੇ ਆਪਣੀ ਜਿਹੜੀ ਇਕੋਨਮੀ ਹੈ ਉਹਦੇ ਵਿੱਚ ਫ੍ਰੀ ਕੰਪੀਟੀਸ਼ਨ ਦੇ ਵਿੱਚ ਆ ਸਕਣ, ਫੇਅਰ ਕੰਪੀਟੀਸ਼ਨ ਹੋ ਸਕੇ, ਉਹਨੂੰ ਪ੍ਰਮੋਟ ਕਰਨਾ। ਇਹ ਤਾਂ ਮਾਰਕੀਟ ਅਸੈਸ ਦਾ ਪੁਆਇੰਟ ਹੈ। ਇਹ ਆਪਣੇ ਟ੍ਰੇਡ ਐਗਰੀਮੈਂਟਸ ਤੇ ਜੋ ਵੀ ਕਲਾਜ਼ਿਸ ਸੀਗੇ ਇਹ ਸੀਗੇ। ਐਂਡ ਉਸ ਤੋਂ ਬਾਅਦ ਹੈ ਫੀਚਰਸ ਆਫ ਟ੍ਰੇਡ ਰਿਲੇਟਡ ਇਨਵੈਸਟਮੈਂਟਸ। ਕਹਿੰਦੇ ਟ੍ਰਿਮਸ ਦੀ ਗੱਲ ਕੀਤੀ ਗਈ ਆ, ਤਾਂ ਟ੍ਰਿਮਸ ਇਜ਼ ਆਲਸੋ ਅ ਪਾਰਟ ਆਫ WTO। ਕਹਿੰਦੇ ਫੀਚਰਸ ਆਫ ਟ੍ਰੇਡ ਰਿਲੇਟਡ ਇਨਵੈਸਟਮੈਂਟ ਮੇਜਰਸ, ਇਹਦੇ ਵਿੱਚ ਜਿਹੜੀ ਵੀ ਟ੍ਰੇਡ ਹੋ ਰਹੀ ਹੈ, ਜਦੋਂ ਟ੍ਰੇਡ ਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ ਤਾਂ ਉਹਦੇ ਰਿਲੇਟਡ ਜਿਹੜੇ ਮੇਜਰਸ ਨੇ ਉਹ ਲਿੱਤੇ ਗਏ ਨੇ ਕਿ ਕਿੱਦਾਂ ਜਿਹੜੀ ਟ੍ਰੇਡ ਹੈ ਆਪਾਂ ਉਹਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ, ਕਿ ਕਿੱਦਾਂ ਜਿਹੜੀ ਇਨਵੈਸਟਮੈਂਟ ਆ ਉਹਨੂੰ ਆਪਾਂ ਇਨਕਰੀਜ਼ ਕਰ ਸਕਦੇ ਹਾਂ, ਠੀਕ ਹੈ। ਤਾਂ ਟ੍ਰਿਮਸ ਦੀ ਗੱਲ ਹੈ, ਤਾਂ ਟ੍ਰਿਮਸ ਦੇਖਦੇ ਹਾਂ ਆਪਾਂ ਟ੍ਰੇਡ ਰਿਲੇਟਡ ਜਿਹੜੀ ਹੈ ਇਨਵੈਸਟਮੈਂਟ ਮੇਜਰਸ, ਠੀਕ ਹੈ। ਤਾਂ ਇਹਦੇ ਵਿੱਚ ਕਿਸ ਚੀਜ਼ ਦੀ ਗੱਲ ਹੁੰਦੀ ਹੈ, ਸਬਸਿਡੀਜ਼ ਦੀ ਗੱਲ ਹੁੰਦੀ ਆ। ਸਬਸਿਡੀਜ਼ ਜੋ ਗਵਰਨਮੈਂਟ ਪ੍ਰੋਵਾਈਡ ਕਰਦੀ ਆ,
ਕਹਿੰਦੇ like subsidies, certain trade related investment measures are regarded as form of protections which divert and enhance inefficient productions. TRIMS provide the abolitions of all such restrictions, measures and conditions imposed on foreign investors. ਤੁਸੀਂ ਦੇਖੀਏ ਕਿ ਜਦੋਂ ਫੋਰਨ ਇਨਵੈਸਟਮੈਂਟ ਹੁੰਦੀ ਹੈ, ਫੋਰਨ ਇਨਵੈਸਟਮੈਂਟ ਦਾ ਮਤਲਬ ਜਦੋਂ ਕੋਈ ਵੀ ਫੋਰਨਰ ਆਪਣੀ ਕੰਟਰੀ ਦੇ ਵਿੱਚ ਕੀ ਕਰਦਾ, ਇਨਵੈਸਟ ਕਰਦਾ, ਦੈਟ ਇਜ਼ ਅ ਫੋਰਨ ਇਨਵੈਸਟਰ। ਕਹਿੰਦੇ ਫੋਰਨ ਇਨਵੈਸਟਰਸ ਤੇ ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਨੇ, ਰੂਲਸ ਰੈਗੂਲੇਸ਼ਨਸ ਉਹਨਾਂ ਨੂੰ ਫੋਲੋ ਕਰਨੇ ਪੈਂਦੇ ਨੇ, ਜਿਹਦੇ ਥਰੂ ਕਹਿੰਦੇ ਆਪਣੇ ਕੰਟਰੀ ਦੇ ਵਿੱਚ ਫੋਰਨ ਇਨਵੈਸਟਮੈਂਟ ਘੱਟ ਹੁੰਦੀ ਆ। ਕਹਿੰਦੇ ਮੈਂਬਰ ਕੰਟਰੀਜ਼ ਨੂੰ ਰਿਕੁਆਇਰਡ ਆ ਕਿ ਜਿਹੜੇ ਉਹ ਰਿਸਟ੍ਰਿਕਸ਼ਨਸ ਨੇ, ਕੰਡੀਸ਼ਨਸ ਨੇ, ਮਈਅਰਸ ਨੇ, ਉਹਨਾਂ ਨੂੰ ਘੱਟ ਕਰਨ ਤਾਂ ਜੋ ਜਿਹੜੀ ਫੋਰਨ ਇਨਵੈਸਟਮੈਂਟ ਆ ਉਹ ਕੀ ਹੋ ਸਕੇ, ਇਨਕਰੀਜ਼ ਹੋ ਸਕੇ। ਤਦ ਕਹਿੰਦੇ ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਹੈ ਟ੍ਰੇਡ ਰਿਲੇਟਡ ਇਨਵੈਸਟਮੈਂਟ ਮਈਅਰਸ, ਕਹਿੰਦੇ ਇਨਵੈਸਟਮੈਂਟ ਨੂੰ ਇਨਕਰੀਜ਼ ਕਰਨ ਦੇ ਲਈ, ਜਿਹਦੇ ਵਿੱਚ ਕਹਿੰਦੇ ਆਪਣੇ ਜੋ ਹੈ ਸਟੈਪਸ ਚੱਕੇ ਗਏ ਨੇ, ਜਿਨ੍ਹਾਂ ਦੇ ਮੇਨ ਆਬਜੈਕਟਿਵਸ ਕੀ ਨੇ ਤੁਸੀਂ ਦੇਖ ਸਕਦੇ ਹੋ। ਫਸਟ ਇਜ਼ ਆ ਐਬੋਲਿਸ਼ਨਸ ਆਫ ਰਿਸਟ੍ਰਿਕਸ਼ਨਸ ਇੰਪੋਜ਼ਡ ਔਨ ਫੋਰਨ ਕੈਪੀਟਲ। ਕਹਿੰਦੇ ਜਦੋਂ ਕੋਈ ਵੀ ਡਿਫਰੈਂਟ ਕੰਟਰੀਜ਼ ਦੇ ਵਿੱਚੋਂ, ਅਦਰ ਕੰਟਰੀਜ਼ ਤੋਂ ਸਾਡੀ ਕੰਟਰੀ ਦੇ ਵਿੱਚ ਫੋਰਨ ਕੈਪੀਟਲ ਆ ਰਹੀ ਹੈ ਤਾਂ ਉਹਨੂੰ ਇੰਪੋਜ਼ ਨਹੀਂ ਕਰਨਾ ਚਾਹੀਦਾ, ਉਹਨੂੰ ਉਹਦੇ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਲਗਾਉਣੀ ਚਾਹੀਦੀ। ਤਾਂ ਜਿਹੜੇ ਵੀ ਆਪਣੇ ਰੂਲਸ ਰੈਗੂਲੇਸ਼ਨਸ ਦੇ ਥਰੂ ਉਹ ਰਿਸਟ੍ਰਿਕਸ਼ਨਸ ਹੈ ਮਿਸ ਨਹੀਂ ਆ ਰਹੀ ਆਪਣੀ ਕੰਟਰੀ ਦੇ ਵਿੱਚ, ਉਹਨਾਂ ਨੂੰ ਐਬੋਲਿਸ਼ਨਸ ਕਰਨਾ ਚਾਹੀਦਾ, ਖਤਮ ਕਰਨਾ ਚਾਹੀਦਾ। ਆਫਰਿੰਗ ਇਕੁਅਲ ਰਾਈਟਸ ਟੂ ਦਾ ਫੋਰਨ ਇਨਵੈਸਟਮੈਂਟਸ ਔਨ ਪਰ ਵਿਦ ਦਾ ਡੋਮੈਸਟਿਕ ਇਨਵੈਸਟਰ। ਜਿਵੇਂ ਆਪਣੀ ਕੰਟਰੀ ਦੇ ਵਿੱਚ ਫਰੀडम ਦੇ ਅਕੋਰਡਿੰਗ ਫ੍ਰੀ ਇਨਵੈਸਟਮੈਂਟ ਕਰ ਸਕਦੇ ਨੇ ਡੋਮੈਸਟਿਕ ਇਨਵੈਸਟਰ, ਉਸੇ ਤਰ੍ਹਾਂ ਹੀ ਜਿਹੜੇ ਆਪਣੇ ਫੋਰਨ ਇਨਵੈਸਟਰਸ ਨੇ ਉਹਨਾਂ ਨੂੰ ਇਕੁਅਲ ਰਾਈਟ ਦੇਣਾ ਚਾਹੀਦਾ ਹੈ, ਆਫਰ ਕਰਨਾ ਚਾਹੀਦਾ ਹੈ, ਤਾਂ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀ ਕੰਟਰੀ ਦੇ ਵਿੱਚ ਇਨਵੈਸਟਮੈਂਟ ਕਰ ਸਕਣ। ਨੋ ਰਿਸਟ੍ਰਿਕਸ਼ਨਸ ਔਨ ਐਨੀ ਏਰੀਆ ਆਫ ਇਨਵੈਸਟਮੈਂਟਸ। ਕਹਿੰਦੇ ਕਈ ਏਰੀਆਜ਼ ਦੇ ਵਿੱਚ ਕੀ ਹੁੰਦਾ, ਗਵਰਨਮੈਂਟ ਨੇ ਰਿਸਟ੍ਰਿਕਸ਼ਨਸ ਲਗਾਈਆਂ ਹੁੰਦੀਆਂ ਨੇ ਕਿ ਇਸ ਏਰੀਆ ਦੇ ਵਿੱਚ ਫੋਰਨ ਇਨਵੈਸਟਮੈਂਟ ਨਹੀਂ ਹੋ ਸਕੇਗੀ, ਇਸ ਆਕੂਪੇਸ਼ਨ ਜਾਂ ਫਿਰ ਇਸ ਸੈਕਟਰਸ ਦੇ ਵਿੱਚ ਫੋਰਨ ਇਨਵੈਸਟਮੈਂਟ ਨਹੀਂ ਹੋਏਗੀ। ਕਹਿੰਦੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਰਿਸਟ੍ਰਿਕਸ਼ਨਸ ਏਰੀਆ ਨਾਲ ਰਿਲੇਟਡ ਨਹੀਂ ਹੋਣੀ ਚਾਹੀਦੀ। ਨੋ ਲਿਮਿਟੇਸ਼ਨ ਔਰ ਸੀਲਿੰਗ ਔਨ ਦਾ ਕੁਆਂਟਮ ਆਫ ਫੋਰਨ ਇਨਵੈਸਟਮੈਂਟ। ਕਹਿੰਦੇ ਜਦੋਂ ਫੋਰਨ ਇਨਵੈਸਟਰਸ ਨੇ ਫੋਰਨ ਇਨਵੈਸਟਮੈਂਟ ਕਰਨੀ ਹੁੰਦੀ ਹੈ ਤਾਂ ਉੱਤੇ ਕਹਿੰਦੇ ਰਿਸਟ੍ਰਿਕਸ਼ਨਸ ਹੁੰਦੀ ਹੈ, ਕੁਛ ਕਹਿੰਦੇ ਕੋਟਾ ਫਿਕਸ ਕਰਨਾ ਪੈਂਦਾ ਹੈ, ਕੀਤਾ ਹੁੰਦਾ ਹੈ ਕਿ ਇਸ ਤੋਂ ਜ਼ਿਆਦਾ ਇਨਵੈਸਟਮੈਂਟ ਫੋਰਨ ਇਨਵੈਸਟਰ ਆਪਣੀ ਕੰਟਰੀ ਦੇ ਵਿੱਚ ਨਹੀਂ ਕਰ ਸਕਦਾ। ਕਹਿੰਦੇ ਜਿਹੜਾ ਉਹ ਲਿਮਿਟੇਸ਼ਨ ਹੈ ਸੀਲਿੰਗ ਦੀ, ਕਹਿੰਦੇ ਉਹਨੂੰ ਖਤਮ ਕਰਨਾ ਚਾਹੀਦਾ ਹੈ। ਗ੍ਰਾਂਟਿੰਗ ਪਰਮਿਸ਼ਨ ਵਿਦਾਊਟ ਰਿਸਟ੍ਰਿਕਸ਼ਨਸ ਟੂ ਇੰਪੋਰਟ ਰॉ ਮਟੀਰੀਅਲ ਐਂਡ ਅਦਰ ਕੰਪੋਨੈਂਟਸ। ਕਹਿੰਦੇ ਪਰਮਿਸ਼ਨ ਨੂੰ ਗ੍ਰਾਂਟ ਕੀਤਾ ਜਾਣਾ ਚਾਹੀਦਾ ਹੈ ਕਿਸੇ ਵੀ ਰਿਸਟ੍ਰਿਕਸ਼ਨ ਤੋਂ ਬਿਨਾਂ, ਤਾਂ ਜੋ ਜਿਹੜੇ ਇੰਪੋਰਟ ਹੈ ਰॉ ਮਟੀਰੀਅਲ ਹੈ ਉਹ ਈਜ਼ੀਲੀ ਇੰਪੋਰਟ ਕੀਤਾ ਜਾ ਸਕੇ, ਤੇ ਹੋਰ ਕੰਪੋਨੈਂਟਸ। ਨੋ ਫੋਰਨ force on the foreign investment to use the total products or materials। ਕਹਿੰਦੇ ਕਿਸੇ ਵੀ ਤਰ੍ਹਾਂ ਉਹਨੂੰ ਇਨਫੋਰਸ ਨਹੀਂ ਕਰਨਾ ਚਾਹੀਦਾ ਫੋਰਨ ਇਨਵੈਸਟਰਸ ਨੂੰ ਕਿ ਉਹ ਟੋਟਲ ਪ੍ਰੋਡਕਟਸ ਬਾਰੇ ਦੱਸੇ ਜਾਂ ਫਿਰ ਮਟੀਰੀਅਲ ਸਾਡੀ ਡੋਮੈਸਟਿਕ ਕੰਟਰੀ ਦਾ ਹੀ ਯੂਜ਼ ਕਰੇ। ਐਕਸਪੋਰਟ ਆਫ ਦਾ ਪਾਰਟ ਆਫ ਫਾਈਨਲ ਪ੍ਰੋਡਕਟਸ ਵਿਲ ਨਾਟ ਬੀ ਮੈਂਡੇਟਰੀ। ਕਹਿੰਦੇ ਫਾਈਨਲ ਪ੍ਰੋਡਕਟਸ ਦਾ ਐਕਸਪੋਰਟ ਮੈਂਡੇਟਰੀ ਨਾ ਕੀਤਾ ਜਾਵੇ, ਆਪਾਂ ਜਿਹੜਾ ਰॉ ਮਟੀਰੀਅਲ ਹੈ ਉਹਨੂੰ ਵੀ ਈਜ਼ੀਲੀ ਐਕਸਪੋਰਟ ਕਰ ਸਕਦੇ। A restriction on repartition of divine interest and royalty will be removed। ਕਹਿੰਦੇ ਜਿਹੜੀ royalty ਹੈ and interest ਹੈ ਉਹਨੂੰ ਕੀ ਕੀਤਾ ਜਾਵੇ, remove ਕੀਤਾ ਜਾਵੇ। Phased manufacturing programmings will be introduced to increase the domestic content of manufacturing। ਕਹਿੰਦੇ ਡੋਮੈਸਟਿਕ ਏਰੀਆ ਦੇ ਵਿੱਚ ਜਿਹੜੇ ਮੈਨੂਫੈਕਚਰਿੰਗ ਪ੍ਰੋਗਰਾਮਸ ਦੇ ਵਿੱਚ ਫੇਸਿਸ ਨੇ ਜਾਂ ਇਨਕਰੀਜ਼ ਡੋਮੈਸਟਿਕ ਮੈਨੂਫੈਕਚਰਰਸ ਨੂੰ ਇਨਕਰੀਜ਼ ਕੀਤਾ ਜਾ ਸਕੇ ਵਿਦ ਦ ਹੈਲਪ ਆਫ ਫੋਰਨ ਇਨਵੈਸਟਰਸ। ਇਹ ਸੀਗੇ ਆਪਣੇ ਟ੍ਰਿਮਸ ਦੇ ਆਬਜੈਕਟਿਵਸ। ਉਸ ਤੋਂ ਬਾਅਦ ਆਪਣਾ ਟ੍ਰੇਡ ਇਨ ਐਗਰੀਕਲਚਰ ਨਾਲ ਰਿਲੇਟਡ ਜੋ ਆਪਣੀਆਂ ਪਾਲਿਸੀਜ਼ ਅਪਣਾਈ ਗਈਆਂ ਨੇ ਜਾਂ ਐਗਰੀਕਲਚਰ ਸੈਕਟਰਸ ਨੂੰ ਜੋ WTO ਦੇ ਥਰੂ ਕੀ ਹੁੰਦਾ ਹੈ, ਬੈਨੀਫਿਟਸ ਹੁੰਦਾ, ਕਿਉਂਕਿ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜਾ ਆਪਣਾ ਮੇਨ ਰੋਲ ਹੈ WTO ਦਾ, ਜਾਂ ਲੈਸ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਤੇ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਵੀ ਇਸ ਦਾ ਮੇਨ ਰੋਲ ਹੈ। ਦੈਨ ਦੇਖੋ ਟ੍ਰੇਡ ਇਨ ਐਗਰੀਕਲਚਰ, ਵਰਲਡ ਟ੍ਰੇਡ ਆਰਗੇਨਾਈਜੇਸ਼ਨਸ ਦੇ ਜਿਹੜੇ ਸਮ ਐਗਰੀਮੈਂਟ ਸੀਗੇ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਇਹਦੇ ਕੀ ਮੇਨ ਜੋ ਹੈ ਆਬਜੈਕਟਿਵਸ। ਤਾਂ ਫਸਟ ਟ੍ਰੇਡ ਇਨ ਐਗਰੀਕਲਚਰ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਫॉर more the 4 decades agriculture sectors has remained excluded from the main gate rules, what the Uruguay round has achieved a major breakthrough by bringing the agriculture sector।
ਕਹਿੰਦੇ ਪਹਿਲਾ ਗੇਟ ਦੇ ਥਰੂ ਸੇਮ ਰੂਲਸ ਸੀ ਜਿਹੜੇ ਰੈਗੂਲੇਸ਼ਨ ਸੀਗੇ ਫੋਲੋ ਕੀਤੇ ਜਾਂਦੇ ਸੀ, ਲੇਕਿਨ WTO ਦੇ ਥਰੂ ਕਹਿੰਦੇ ਕੀ ਹੋਇਆ, ਕਹਿੰਦੇ ਇੱਕ ਨਿਊ ਐਗਰੀਕਲਚਰ ਸੈਕਟਰਸ ਦੇ ਵਿੱਚ ਸਬਸਿਡੀਜ਼ ਜਾਂ ਨਿਊ ਰੂਲਸ ਰੈਗੂਲੇਸ਼ਨਸ ਨੇ ਜਿਹੜੇ ਉਹ ਬਣੇ, ਜਿਨ੍ਹਾਂ ਦੇ ਥਰੂ ਐਗਰੀਮੈਂਟ ਰਿਕੁਆਇਰਸ that participating government do not maintain, restore to revert to any measures of the kinds which have been converted into ਆਰਡੀਨਰੀ ਕਸਟਮ ਡਿਊਟੀਜ਼। ਕਹਿੰਦੇ ਆਰਟੀਕਲ 42 ਸੀਗਾ ਜਿਹੜਾ ਐਗਰੀਕਲਚਰ ਦੇ ਵਿੱਚ ਉਹਨੂੰ ਮੈਂਸ਼ਨ ਕੀਤਾ ਗਿਆ, ਕਨਵਰਟ ਕੀਤਾ ਗਿਆ। ਇਨਕਰੀਜ਼ਡ ਮਾਰਕੀਟ ਅਸੈਸ ਫॉर ਐਗਰੀਕਲਚਰ ਪ੍ਰੋਡਕਟਸ ਇਨਕਲੂਡਡ दैट ਟੈਰੀਫਿਕੇਸ਼ਨਸ ਕੀਤੀ ਗਈ ਐਂਡ ਨਾਨ ਟੈਰਿਫ ਮੇਜਰ ਸੀ ਜਿਹੜੇ ਉਹ ਅਪਣਾਏ ਗਏ। ਕਹਿੰਦੇ ਇਸ ਦੇ ਵਿੱਚ ਕੀ ਸੀਗਾ, ਜੋ ਐਗਰੀਕਲਚਰ ਸੈਕਟਰਸ ਦੇ ਵਿੱਚ ਡਿਫਰੈਂਟ ਜਿਹੜੇ ਆਬਜੈਕਟਿਵ ਸੀਗੇ ਤਾਂ ਮੇਨ ਫੀਚਰਸ ਕੀ ਸੀਗੇ ਫਾਈਨਲ ਐਕਟ ਦੇ ਜੋ ਐਗਰੀਕਲਚਰ ਸੈਕਟਰ ਦੇ ਲਈ WTO ਦੇ ਥਰੂ ਬਣਾਇਆ ਗਿਆ ਸੀ। ਦਾ ਫਰਸਟ ਇਜ਼ ਡੋਮੈਸਟਿਕ ਸਪੋਰਟ। ਡੋਮੈਸਟਿਕ ਸਪੋਰਟਸ ਦੇ ਵਿੱਚ ਕੀ ਸੀਗਾ, ਕਹਿੰਦੇ ਵਿਚ ਪ੍ਰੋਵਾਈਡ ਅਸਿਸਟੈਂਸ ਟੂ ਪ੍ਰੋਡਕਸ਼ਨਸ, ਕਹਿੰਦੇ ਜਿਹਦੇ ਥਰੂ ਜਿਹੜੇ ਆਪਣੇ ਡੋਮੈਸਟਿਕ ਕੰਟਰੀ ਸੀਗੀ ਉਹਨੂੰ ਸਪੋਰਟ ਕਰਨਾ ਤਾਂ ਜੋ ਜਿਹੜੀ ਪ੍ਰੋਡਕਸ਼ਨ ਸੀਗੀ ਉਹ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ, ਜਾਂ ਫਿਰ ਸਪੋਰਟ ਪ੍ਰਾਈਸਿਸ ਨੋਨ ਐਜ਼ ਐਗਰੀਗੇਟ ਮੇਜਰਸ ਫॉर ਦਾ ਸਪੋਰਟਸ AMS। ਠੀਕ ਹੈ, ਤਾਂ ਟੋਟਲ ਵੈਲਿਊ ਆਫ ਪ੍ਰੋਡਕਸ਼ਨ ਸੀਗੀ ਜਿਹੜੀ ਇਨਕਰੀਜ਼ ਕੀਤੀ ਗਈ, ਵੈਲਿਊ ਗ੍ਰੇਟਰ ਦੈਨ 10% ਇਨਕਰੀਜ਼ ਹੋਈ। ਕਹਿੰਦੇ ਡਿਫਰੈਂਟ ਡਿਵੈਲਪਿੰਗ ਜਿਹੜੀ ਕੰਟਰੀ ਸੀਗੀ ਉਹਨਾਂ ਦੀ ਪ੍ਰੋਡਕਸ਼ਨ ਤੇ AMS exceeds 10%, it has been reduced either USA dollars domestic currency terms by 13.3% over 10 years। ਕਹਿੰਦੇ ਡੋਮੈਸਟਿਕ ਸਪੋਰਟ ਦੇਣਾ ਆਪਣੀ ਕਿਸੇ ਵੀ ਤਰ੍ਹਾਂ ਦੇ ਐਗਰੀਕਲਚਰ ਸੈਕਟਰਸ ਦੇ ਵਿੱਚ ਤਾਂ ਜੋ ਜਿਹੜੇ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਹੈ ਰਿਸੋਰਸਿਸ ਨੂੰ ਦੇਖ ਕੇ ਉਹ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ। ਕਹਿੰਦੇ ਇਹਦੇ ਵਿੱਚ ਗ੍ਰੀਨ ਬਾਕਸ, ਐਂਬਰ ਬਾਕਸ ਐਂਡ ਬਲੂ ਬਾਕਸ ਨੂੰ ਇਨਕਰੀਜ਼ ਕੀਤਾ ਗਿਆ। ਗ੍ਰੀਨ ਬਾਕਸ ਦੇ ਵਿੱਚ ਕਹਿੰਦੇ ਸਬਸਿਡੀਜ਼ ਸੀਗੀਆਂ ਜਿਹੜੀਆਂ ਐਗਰੀਕਲਚਰ ਸੈਕਟਰ ਦਾ ਰਿਲੇਟਡ, ਜਿਵੇਂ ਕਿ ਰੇ ਫਰਟੀਲਾਈਜ਼ਰਸ ਐਂਡ ਸੀਡਸ ਹੋ ਗਿਆ, ਉਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ ਤਾਂ ਜੋ ਜਿਹੜੀ ਡੋਮੈਸਟਿਕ ਪ੍ਰੋਡਕਸ਼ਨ ਸੀਗੀ ਉਹ ਇਨਕਰੀਜ਼ ਹੋਵੇ। ਐਂਬਰ ਬਾਕਸ ਦੇ ਵਿੱਚ ਟ੍ਰੇਡ ਵਗੈਰਾ ਟ੍ਰੇਡ ਫੈਸਿਲਿਟੀਜ਼ ਨੂੰ ਇਨਕਰੀਜ਼ ਕੀਤਾ ਗਿਆ ਐਂਡ ਬਲੂ ਬਾਕਸ ਦੇ ਵਿੱਚ ਟੈਰਿਫ ਬੈਰੀਅਰਸ ਐਂਡ ਟ੍ਰੇਡ ਐਂਡ ਜਿਹੜੀ ਹੈਗੀਆਂ ਟ੍ਰੇਡ ਵਗੈਰਾ ਤੇ ਰੈਗੂਲੇਸ਼ਨ ਐਂਡ ਰੂਲਸ ਉਹਨਾਂ ਨੂੰ ਕਹਿੰਦੇ ਫੋਲੋ ਕਰਦੇ ਹੋਏ ਜਿਹੜੇ ਮੋਨਿਟਰੀ ਸਿਸਟਮ ਦੇ ਥਰੂ ਮਨੀ ਦੇ ਥਰੂ ਕੀ ਕੀਤੀ ਗਈ ਸੀ, ਹੈਲਪ ਕੀਤੀ ਗਈ ਸੀ। ਐਂਡ ਉਸ ਤੋਂ ਬਾਅਦ ਸੀਗਾ ਆਪਣਾ ਐਕਸਪੋਰਟ ਸਬਸਿਡੀਜ਼। ਕਹਿੰਦੇ ਜਿਹੜੀਆਂ ਐਕਸਪੋਰਟ ਸਬਸਿਡੀਜ਼ ਸੀਗੀਆਂ ਐਕਸਪੋਰਟ ਪ੍ਰਮੋਸ਼ਨ ਦੇ ਲਈ ਉਹਨਾਂ ਨੂੰ ਇਨਕਰੀਜ਼ ਕੀਤਾ ਗਿਆ ਸੀ ਤਾਂ ਜੋ ਜਿਹੜਾ ਐਕਸਪੋਰਟ ਕੰਪੀਟੀਸ਼ਨ ਉਹ ਕੀ ਹੋ ਸਕੇ, ਇਨਕਰੀਜ਼ ਹੋ ਸਕੇ। ਕਹਿੰਦੇ ਮੇਨ ਏਮ ਕੀ ਸੀਗਾ WTO ਦਾ ਕਿ ਡਿਫਰੈਂਟ ਕੰਟਰੀਜ਼ ਦੇ ਥਰੂ ਜਿਹੜੀ ਪ੍ਰੋਡਕਸ਼ਨ ਹੈ ਉਹ ਇਨਕਰੀਜ਼ ਹੋਵੇ ਸਬਸਿਡੀਜ਼ ਦੇ ਥਰੂ, ਤਾਂ ਕਹਿੰਦੇ ਉਹਨਾਂ ਗੁਡਸ ਦੀ ਪ੍ਰੋਡਕਸ਼ਨ ਉਹ ਜ਼ਿਆਦਾ ਹੋਵੇ ਜਿਨ੍ਹਾਂ ਦੇ ਥਰੂ ਜਿਹੜੀ ਚੀਜ਼ ਕੰਟਰੀ ਦੇ ਵਿੱਚ ਜ਼ਿਆਦਾ ਐਕਸਪੋਰਟ ਕੀਤੀ ਜਾ ਰਹੀ ਹੈ, ਉਸ ਦੇ ਥਰੂ ਇਨਸੈਂਟਿਵਸ ਦਿੱਤੇ ਗਏ, ਸਬਸਿਡੀਜ਼ ਦਿੱਤੀਆਂ ਗਈਆਂ, ਜਿਹਦੇ ਥਰੂ ਕਹਿੰਦੇ ਐਕਸਪੋਰਟ ਕੰਪੀਟੀਸ਼ਨ ਕੀ ਹੋਇਆ, ਇਨਕਰੀਜ਼ ਹੋਇਆ। ਐਂਡ ਦ ਥਰਡ ਇਜ਼ ਮਾਰਕੀਟ ਅਸੈਸ। ਕਹਿੰਦੇ ਮਾਰਕੀਟ ਅਸੈਸ ਦੇ ਵਿੱਚ ਕੀ ਆ, WTO ਪ੍ਰੋਵਾਈਡਸ rules for and administrates the trade policy review mechanism। ਕਹਿੰਦੇ ਇਹਦੇ ਵਿੱਚ ਕੀ ਸੀਗਾ, ਰਿਡਕਸ਼ਨ ਆਫ ਟ੍ਰੇਡ ਬੈਰੀਅਰਸ। ਮਾਰਕੀਟ ਦੇ ਵਿੱਚ ਕਹਿੰਦੇ ਜਿਹੜੀਆਂ ਟ੍ਰੇਡ ਬੈਰੀਅਰਸ ਸੀਗੀਆਂ ਉਹਨਾਂ ਨੂੰ ਰਿਡਿਊਸ ਕੀਤਾ ਗਿਆ। ਐਬੋਲਿਸ਼ਨਸ ਆਫ ਡਿਸਕ੍ਰਿਮੀਨੇਸ਼ਨ ਅਮੰਗ ਪ੍ਰੋਡਕਟਸ। ਕਹਿੰਦੇ ਜਿਹੜਾ ਡਿਸਕ੍ਰਿਮੀਨੇਸ਼ਨ ਸੀਗਾ ਪ੍ਰੋਡਕਟਸ ਦੇ ਅੰਡਰ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ। ਫੋਰਨ ਮੇਜਰਸ ਨੇ ਜਿਹੜੀਆਂ ਫੋਰਨ ਇਨਵੈਸਟਮੈਂਟਸ ਤੇ ਮੇਜਰਸ ਨੇ ਜਿਹੜੇ ਡੋਮੈਸਟਿਕ ਪਾਲਿਸੀਜ਼ ਨੂੰ ਦੇਖਦੇ ਹੋਏ ਕਹਿੰਦੇ ਉਹਨਾਂ ਨੂੰ ਡਿਕਰੀਜ਼ ਕੀਤਾ ਗਿਆ। ਐਂਡ ਉਸ ਤੋਂ ਬਾਅਦ ਇਕੁਅਲੀ ਪ੍ਰੂਵ ਕੀਤਾ ਗਿਆ ਜਿਹਦੇ ਥਰੂ ਇਕੁਅਲੀ ਟ੍ਰੀਟ ਕੀਤਾ ਗਿਆ। ਓਬਲੀਗੇਸ਼ਨਸ ਟੂ ਬਿੰਡ ਟੈਰਿਫ, ਕਹਿੰਦੇ ਵਿੱਚ ਬਿੰਡ ਦੇਅਰ ਟੈਰਿਫਸ ਨੇ ਸੀਗੇ ਜਿਨ੍ਹਾਂ ਦੇ ਥਰੂ ਪ੍ਰੋਵਾਈਡ ਕੀਤਾ ਗਿਆ ਐਕਸਪੋਰਟਰਸ ਨੂੰ ਗ੍ਰੇਟਰ ਸਰਟਨਟੀ ਰਿਗਾਰਡਿੰਗ ਮਾਰਕੀਟ ਅਸੈਸ ਕੰਡੀਸ਼ਨਸ। ਕਹਿੰਦੇ ਮਾਰਕੀਟਸ ਦੇ ਵਿੱਚ ਜਿਹੜੀਆਂ ਵੇਰੀਅਸ ਕੰਡੀਸ਼ਨ ਸੀਗੀਆਂ ਉਹਨਾਂ ਨੂੰ ਪ੍ਰੋਵਾਈਡ ਕੀਤਾ ਗਿਆ। ਐਂਡ ਉਸ ਤੋਂ ਬਾਅਦ ਰੂਲ ਸੀਗੇ ਜਿਹੜੇ ਕੰਟਰੈਕਟਿੰਗ ਪਾਰਟਿੰਗ ਦੇ ਥਰੂ, ਠੀਕ ਹੈ, ਉਹਨਾਂ ਨੂੰ ਕੰਟੈਕਸਟ ਮੇਜਰ ਕੀਤਾ ਗਿਆ ਤੇ ਬਾਈਂਡਿੰਗਸ ਐਂਡ ਐਗਰੀਮੈਂਟ ਸੀਗੇ ਜਿਹੜੇ ਉਹਨਾਂ ਨੂੰ ਸਾਈਨ ਕੀਤਾ ਗਿਆ, ਬਾਈਂਡ देयर ਟੈਰਿਫਸ। ਤਾਂ ਅੰਡਰ WTO ਕਹਿੰਦੇ ਨਾਨ ਟੈਰਿਫ ਜਿਹੜੇ ਮੇਜਰ ਸੀਗੇ ਉਹਨਾਂ ਨੂੰ ਕਨਵਰਟ ਕੀਤਾ ਗਿਆ ਇਨਟੂ ਐਡ ਵੋਲਰਮ ਸਪੈਸਿਫਿਕ ਟੈਰਿਫਸ ਦੇ ਵਿੱਚ। ਟੈਰਿਫਸ ਆਰ ਬੌਂਡ ਐਂਡ ਰਿਡਿਊਸ ਗ੍ਰੈਜੂਅਲੀ ਓਵਰ ਅ ਪੀਰੀਅਡ 6 ਈਅਰ ਦੇ ਵਿੱਚ ਬੌਂਡ ਕੀਤਾ ਗਿਆ। ਐਂਡ ਇਨਵੈਸਟਮੈਂਟ ਸਬਸਿਡੀਜ਼ ਸੀਗੀਆਂ ਜਿਹੜੀਆਂ ਐਗਰੀਕਲਚਰ ਸੈਕਟਰਸ ਦੇ ਵਿੱਚ ਉਹਨਾਂ ਨੂੰ ਅਵੇਲੇਬਲ ਕਰਵਾਇਆ ਗਿਆ। ਐਕਚੁਅਲ ਟੈਰਿਫ ਸੀਗੇ ਜਿਹੜੇ ਉਹਨਾਂ ਨੂੰ ਬੌਂਡ ਰੇਟ ਉਹਨਾਂ ਦਾ ਫਿਕਸ ਕੀਤਾ ਗਿਆ ਕਿ ਜੋ ਵੀ ਟੈਰਿਫ ਵੈਲਿਡਸ ਨੇ ਉਹਨਾਂ ਦਾ ਬੌਂਡ ਰੇਟ ਇਹੀ ਹੋਏਗਾ। ਐਂਡ ਉਸ ਤੋਂ ਬਾਅਦ ਸਪੈਸ਼ਲ ਐਂਡ ਡਿਫਰੈਂਸ ਔਰ ਮੋਰ ਫੇਵਰੇਬਲ ਟ੍ਰੀਟਮੈਂਟ ਕੀਤਾ ਗਿਆ 6 ਈਅਰਸ ਦੇ ਲਈ। 6 ਈਅਰ ਤੋਂ ਵਧਾ ਕੇ 10 ਈਅਰਸ ਕਰ ਦਿੱਤਾ ਗਿਆ ਡਿਵੈਲਪਿੰਗ ਕੰਟਰੀਜ਼ ਦੇ ਲਈ। ਤੇ ਉਸ ਤੋਂ ਬਾਅਦ ਕੀ ਸੀਗਾ, improve market access। ਕਹਿੰਦੇ reduce tariffs by 36% of over 6 years till developing countries have to reduce by 24% over the 10 years। ਕਹਿੰਦੇ ਜਿਹੜੀਆਂ ਡਿਵੈਲਪਿੰਗ ਐਂਡ ਡਿਵੈਲਪ ਕੰਟਰੀਜ਼ ਸੀਗੀਆਂ ਉਹਨਾਂ ਦੇ ਲਈ ਜਿਹੜੀ ਟੈਰਿਫ ਬੈਰੀਅਰ ਸੀਗੀਆਂ ਉਹ ਅਲੱਗ-ਅਲੱਗ ਰੱਖੀਆਂ ਗਈਆਂ ਸੀਗੀਆਂ। ਜਿਹੜੀਆਂ ਟੈਰਿਫ ਸੀਗਾ ਕੋਟਾ ਸੀਗਾ
ਉਹ ਆਪਣਾ ਡਿਵੈਲਪਿੰਗ ਕੰਟਰੀਜ਼ ਦੇ ਲਈ ਜ਼ਿਆਦਾ ਸੀ ਐਂਡ ਡਿਵੈਲਪਿੰਗ ਕੰਟਰੀਜ਼ ਦੇ ਲਈ ਘੱਟ ਸੀਗਾ ਐਂਡ ਡਿਵੈਲਪ ਕੰਟਰੀ ਦੇ ਲਈ ਜ਼ਿਆਦਾ ਸੀ। ਐਂਡ ਦ ਨੈਕਸਟ ਇਜ਼ ਟ੍ਰੇਡ ਇਨ ਟੈਕਸਟਾਈਲ ਐਂਡ ਕਲੋਥਿੰਗ। ਕਹਿੰਦੇ WTO ਦਾ ਮੇਨ ਆਬਜੈਕਟਿਵ ਕੀ ਸੀਗਾ, ਜਿਹੜੀ ਆਪਣੀ ਟੈਕਸਟਾਈਲ ਐਂਡ ਕਲੋਥਿੰਗ ਦੀ ਟ੍ਰੇਡ ਆ ਉਹਨੂੰ ਕੀ ਕਰਨਾ, ਇਨਕਰੀਜ਼ ਕਰਨਾ। ਕਹਿੰਦੇ discriminatory quantitative restrictions has been prevalent in the textile and clothing sectors while over 30 years under short term agreements। ਕਹਿੰਦੇ ਜਿਹੜੇ ਸ਼ਾਰਟ ਟਰਮ ਐਗਰੀਮੈਂਟਸ ਅਪਣਾਏ ਗਏ ਸੀ ਉਹਨਾਂ ਦੇ ਥਰੂ ਕਹਿੰਦੇ ਬਹੁਤ ਸਾਰੀ ਜਿਹੜੀ ਰੈਸਟ੍ਰਿਕਸ਼ਨ ਸੀਗੀਆਂ ਟੈਕਸਟਾਈਲ ਐਂਡ ਕਲੋਥਿੰਗ ਦੀ ਟ੍ਰੇਡ ਤੇ। ਕਹਿੰਦੇ ਸ਼ਾਰਟ ਟਰਮਸ ਦੇ ਵਿੱਚ ਐਗਰੀਮੈਂਟ ਸਾਈਨ ਕੀਤੇ ਗਏ ਸੀ, ਲੌਂਗ ਟਰਮ ਐਗਰੀਮੈਂਟ ਅੰਟਿਲ 1974 ਦੇ ਵਿੱਚ ਅਪਣਾਇਆ ਗਿਆ ਸੀ। ਮਲਟੀ ਫੀਵਰ ਐਗਰੀਮੈਂਟ ਸੀਗਾ ਜਿਹੜਾ MFA ਅਪ ਟੂ 31 ਦਸੰਬਰ 1994 ਦੇ ਵਿੱਚ ਅਪਣਾਇਆ ਗਿਆ ਸੀ। The MFA ਜਿਹੜਾ ਮਲਟੀ ਫਾਈਬਰ ਐਗਰੀਮੈਂਟ ਸੀਗਾ is a series of bilaterally negotiated quotas to limit to assess developing countries textile export to the developed countries during the 50s। ਕਹਿੰਦੇ ਇਹਦੇ ਵਿੱਚ ਕੀ ਸੀਗਾ ਕਿ ਜਿਹੜੀ ਟੈਕਸਟਾਈਲ ਐਂਡ ਕਲੋਥਿੰਗ ਜਿਹੜੀਆਂ ਆਪਣੀਆਂ ਇੰਡਸਟਰੀਜ਼ ਨੇ ਉਹਨਾਂ ਦੇ ਵਿੱਚ ਇਨਕਰੀਜ਼ ਕਰਨਾ। ਤਦ ਕਹਿੰਦੇ the agreement on textile clothing provides for prohibitions of any such restrictions on the free exports। ਕਹਿੰਦੇ ਇਹਦੇ ਥਰੂ ਕੀ ਕੀਤਾ ਗਿਆ ਸੀ, ਫ੍ਰੀ ਜਿਹੜਾ ਐਕਸਪੋਰਟ ਸੀਗਾ ਟੈਕਸਟਾਈਲ ਤੇ ਕਲੋਥਿੰਗਸ ਦਾ ਉਹਨਾਂ ਦੇ ਜਿਹੜੇ ਐਗਰੀਮੈਂਟ ਸੀਗੇ ਸਾਈਨ ਕੀਤੇ ਗਏ ਸੀਗੇ, ਠੀਕ ਹੈ, ਉਹ MFA ਐਗਰੀਮੈਂਟਸ ਦੀ ਤਰ੍ਹਾਂ। ਕਹਿੰਦੇ ਉਸ ਤੋਂ ਇਲਾਵਾ ਇਹਦੇ ਵਿੱਚ ਕੀ ਸੀਗਾ, under WTO system the countries can introduce discriminatory restrictions on the products which were not already made subject to GATT and WTO rules or on which they do not have existing bilateral arrangements। ਕਹਿੰਦੇ 10 years period ਸੀਗਾ ਜਿਹੜਾ ਉਹਦੇ ਵਿੱਚ 3 stages ਸੀਗੀਆਂ ਉਹ ਅਪਣਾਈਆਂ ਗਈਆਂ ਸੀਗੀਆਂ। 60% ਸੀਗਾ ਜਿਹੜਾ ਫਸਟ 3 years ਦੇ ਵਿੱਚ ਐਂਡ 70% for next years and another 18% ਜਿਹੜਾ next 3 years ਦੇ ਵਿੱਚ ਆਪਾਂ ਨੇ ਕੀ ਕੀਤਾ ਗਿਆ ਸੀਗਾ, ਡਿਵਾਈਨ ਕੀਤਾ ਗਿਆ ਸੀ। ਉਸ ਤੋਂ ਬਾਅਦ ਹੈ ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ। ਕਹਿੰਦੇ TRIPS WTO ਦਾ ਐਗਰੀਮੈਂਟ ਹੈ ਟ੍ਰੇਡ ਜਿਹਦੇ ਵਿੱਚ ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ, ਡੋਮੈਸਟਿਕ ਜਿਹੜੀ ਆਪਣੀ ਪ੍ਰੋਪਰਟੀ ਹੈ ਉਹਨੂੰ ਸੇਵ ਕਰਨ ਦੇ ਲਈ ਇਹ ਜਿਹੜਾ ਆਪਣਾ ਐਗਰੀਮੈਂਟ ਹੈ ਸਾਈਨ ਕੀਤਾ ਗਿਆ ਸੀਗਾ। ਟ੍ਰੇਡ ਇਹਦੇ ਵਿੱਚ ਕੀ ਸੀਗਾ, ਟ੍ਰਿਪਸ ਕਨਸਟੀਟਿਊਟਸ 9 ਟਾਈਪ ਆਫ ਇੰਟੈਲੈਕਚੁਅਲ ਪ੍ਰੋਪਰਟੀ, patenting of microorganisms and plant varieties of one of them। ਕਹਿੰਦੇ ਇਸ ਐਗਰੀਮੈਂਟ ਦੇ ਵਿੱਚ does not specify norms and standards of protections। ਕਹਿੰਦੇ ਪ੍ਰੋਟੈਕਟ ਕੀਤਾ ਗਿਆ ਸੀ ਆਪਣੀ ਇੰਟੈਲੈਕਚੁਅਲ ਪ੍ਰੋਪਰਟੀ ਨੂੰ। A provision is also made to review the position after WTO completed 4 years 1999 ਦੇ ਵਿੱਚ ਕਹਿੰਦੇ in the meantime of countries are given the option to adopt their patenting varieties of hue genre system or combinations of both। ਕਹਿੰਦੇ ਇਹਦੇ ਵਿੱਚ ਕੀ ਸੀਗਾ, ਜੋ ਡਿਫਰੈਂਟ ਪਲਾਂਟ ਸੀਗੇ ਆਪਣੇ ਡੋਮੈਸਟਿਕ ਕੰਟਰੀ ਦੇ ਵਿੱਚ ਪਲਾਂਟ ਸੀਗੇ, ਚਾਹੇ ਨੈਚੁਰਲ ਰਿਸੋਰਸਿਸ ਸੀਗੇ, ਠੀਕ ਹੈ, ਜਾਂ ਉਹਨਾਂ ਦੇ ਲਈ ਪੇਟੈਂਟ ਲੈਣਾ, ਰਿਜ਼ਰਵ ਰੱਖਣਾ ਉਹਨਾਂ ਨੂੰ, ਬਰੀਡਰਸ ਨੂੰ ਜਿਹੜੇ ਬਰੀਡ ਸੀਗੇ ਡਿਫਰੈਂਟ ਜਿਹੜੀਆਂ ਆਪਣੀਆਂ ਹੁਣ ਕੀ ਹੋ ਰਹੀਆਂ ਨੇ, ਖਤਮ ਹੋ ਰਹੀਆਂ ਨੇ, ਉਹਨਾਂ ਨੂੰ ਸੇਵ ਕਰਨ ਦਾ ਰਾਈਟ, ਠੀਕ ਹੈ। ਇਹ ਸਾਰੇ ਸੀਗੇ ਜਿਹੜੇ ਇਹਦੇ ਵਿੱਚ ਫੋਲੋ ਕੀਤੇ ਗਏ ਸੀ। ਕਮਰਸ਼ੀਅਲ ਸਕੇਲ ਤੇ ਬ੍ਰਾਂਡਡ ਸੀਡ ਸੀਗੇ ਜਿਹੜੇ ਉਹਨਾਂ ਨੂੰ ਅਲਾਓ ਕੀਤਾ ਗਿਆ ਸੀ, ਸੇਵ ਰੱਖਿਆ ਗਿਆ ਸੀ ਤਾਂ ਜੋ ਇਹਨਾਂ ਦੀ ਕੁਆਂਟੀਟੀ ਜਿਹੜੀ ਖਤਮ ਨਾ ਹੋ ਸਕੇ। ਓਨਲੀ ਦਾ ਓਨਰ ਆਫ ਦਾ ਪਲਾਂਟ ਬਰੀਡਰਸ ਰਾਈਟ ਵਿਲ ਬੀ ਪ੍ਰੋਡਿਊਸ ਐਂਡ ਮਾਰਕੀਟ ਦੇਅਰ ਬਰੀਡਡ ਪਲਾਂਟਸ। ਕਹਿੰਦੇ ਜਿਹੜਾ ਆਪਣਾ ਓਨਰ ਸੀਗਾ ਪਲਾਂਟ ਬਰੀਡਰਸ ਦਾ, ਉਹਨੂੰ ਰਾਈਟ ਮਿਲਿਆ ਸੀਗਾ ਕਿ ਉਹਨਾਂ ਗੁੱਡਸ ਨੂੰ ਸਿਰਫ ਜਿਹੜੇ ਪਲਾਂਟ ਬਰੀਡਰਸ ਨੇ ਉਹੀ ਪ੍ਰੋਡਿਊਸ ਕਰ ਸਕਦੇ ਨੇ, ਹੋਰ ਕੋਈ ਪ੍ਰੋਡਿਊਸ ਨਹੀਂ ਕਰ ਸਕਦਾ। ਤੇ ਇਹਦੇ ਵਿੱਚ ਸਟੈਂਡਰਡਸ ਕਹਿੰਦੇ ਸਟੈਂਡਰਡਸ ਕੋਟਾ ਫਿਕਸ ਕੀਤਾ ਗਿਆ ਸੀਗਾ ਕਿ N% ਹੈ ਜੋ ਆਪਣਾ ਰਾਈਟਸ ਨੇ ਆਪਣੇ ਕੋਲ ਨੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਤੇ ਐਨਫੋਰਸਮੈਂਟ ਕਹਿੰਦੇ ਕੋਈ ਵੀ ਦੂਸਰੇ ਨੂੰ ਇਨਫੋਰਸ ਨਹੀਂ ਕਰ ਸਕਦਾ, ਸਿਰਫ ਆਪਾਂ ਆਪਣੇ ਜੋ ਹੈ ਪ੍ਰੋਪਰਟੀ ਉਹਦੇ ਉਹਦੇ ਨਾਲ ਰਿਲੇਟਡ ਹੀ ਰਾਈਟਸ ਨੂੰ ਫੋਲੋ ਕਰ ਸਕਦੇ ਆ। ਤੇ ਡਿਸਪਿਊਟ ਸੈਟਲਮੈਂਟ ਦੀ ਗੱਲ ਕੀਤੀ ਗਈ ਆ। ਕਹਿੰਦੇ ਇਹਦੇ ਵਿੱਚ ਕੀ ਸੀਗਾ, ਜਿਹੜੇ ਡਿਵੈਲਪਿੰਗ ਕੰਟਰੀਜ਼ ਐਂਡ ਡਿਵੈਲਪ ਕੰਟਰੀਜ਼ ਤੇ ਅਨੇਕਾਂ ਡਿਸਪਿਊਟ ਸੀਗੇ ਜੋ WTO ਦੇ ਅੰਡਰ ਕੀ ਸੀਗੇ ਜਨਰੇਟ ਹੋ ਰਹੇ ਸੀਗੇ। WTO ਦੇ ਅੰਡਰ ਜਿੰਨੀਆਂ ਵੀ ਮੈਂਬਰ ਕੰਟਰੀ ਸੀਗੀਆਂ ਉਹਨਾਂ ਦੇ ਆਪਸ ਦੇ ਵਿੱਚ ਜੋ ਵੀ ਇਸ਼ੂ ਸੀ, ਜੋ ਵੀ ਪ੍ਰੋਬਲਮ ਸੀਗੀਆਂ, ਉਹਨਾਂ ਦੇ ਵਿੱਚ ਜਿਹੜੇ ਡਿਸਪਿਊਟ ਸੀਗੇ ਉਹਨਾਂ ਨੂੰ ਟ੍ਰਿਪਸ ਦੇ ਥਰੂ ਕੀ ਕੀਤਾ ਗਿਆ, ਉਹਨਾਂ ਨੂੰ ਵਿੱਚ ਸੋਲਿਊਸ਼ਨ ਕੀਤਾ ਗਿਆ। ਕਹਿੰਦੇ ਸਪੈਸੀਫਿਕ ਇੰਟਰਸਟ ਦਿੱਤਾ ਗਿਆ ਡਿਵੈਲਪਿੰਗ ਕੰਟਰੀਜ਼ ਨੂੰ ਐਂਡ ਜਿਹੜੇ ਡਿਵੈਲਪ ਕੰਟਰੀਜ਼ ਨੇ ਉਹਨਾਂ ਨੂੰ
ਡਾਇਰੈਕਟਰ ਜਨਰਲ ਸੀਗਾ ਜਿਹੜਾ WTO ਦਾ, ਮੈਡੀਕੇਟ ਕਰਦਾ ਸੀ ਉਹਨਾਂ ਨੂੰ ਸੈਟੀਸਫੈਕਟਰੀ ਜਿਹੜੇ ਆਪਣੇ ਰੂਲਸ ਰੈਗੂਲੇਸ਼ਨਸ ਨੇ ਡਿਸਪਿਊਟਸ ਨਾਲ ਰਿਲੇਟਡ ਉਹਨਾਂ ਨੂੰ ਉਹ ਫੋਲੋ ਕਰਦੇ ਸੀ। ਕਹਿੰਦੇ ਸ਼ਾਰਟਰ ਟਾਈਮ ਲਿਮਿਟਸ ਦੇ ਵਿੱਚ ਕਹਿੰਦੇ ਪੈਨਲਸ ਨੂੰ ਕਹਿੰਦੇ ਕੰਪਲੀਟ ਕੀਤਾ ਗਿਆ ਤੇ ਜੋ ਵੀ ਜਿਹੜੇ ਇਹਨਾਂ ਦੇ ਡਿਸਪਿਊਟ ਸੀਗੇ ਉਹਨਾਂ ਨੂੰ ਦੇਖਦੇ ਹੋਏ ਜਿਹੜੇ ਐਗਰੀਮੈਂਟ ਸੀਗੇ ਉਹ ਬਣਾਏ ਜਾਣੇ ਸਟਾਰਟ ਹੋਏ ਸੀ। ਡਿਸਪਿਊਟ ਸੈਟਲਮੈਂਟ ਦੇ ਵਿੱਚ WTO ਐਂਡ ਡਿਸਪਿਊਟ ਸੈਟਲਮੈਂਟ ਦੇ ਵਿੱਚ ਕਹਿੰਦੇ ਇਹ ਹੈ ਕਿ ਡਿਸੀਜਨਸ ਲਿੱਤੇ ਗਏ ਸੀਗੇ ਕਹਿੰਦੇ ਤਾਂ ਜੋ ਜਿਹੜੇ ਡਿਫਰੈਂਟ ਕੰਟਰੀਜ਼ ਨੇ ਉਹਨਾਂ ਦੇ ਵਿੱਚ ਡਿਸਪਿਊਟਸ ਆਰਗੇਨਾਈਜ਼ ਹੋ ਰਹੇ ਨੇ, ਇਨਕਰੀਜ਼ ਹੋ ਰਹੇ ਨੇ, ਉਹਨਾਂ ਨੂੰ ਉਹਨਾਂ ਦਾ ਸੋਲੂਸ਼ਨ ਕੀਤਾ ਜਾ ਸਕੇ। ਉਹਨਾਂ ਨੂੰ ਦੇਖਦੇ ਹੋਏ ਕਿ ਜੋ ਵੀ ਐਗਰੀਮੈਂਟਸ ਨੇ ਉਹਨਾਂ ਨੂੰ ਸਾਈਨ ਕੀਤਾ ਜਾ ਸਕੇ। ਤਾਂ WTO ਤੇ ਇੰਡੀਆ ਕਹਿੰਦੇ WTO ਦਾ ਇੰਡੀਆ ਦੇ ਵਿੱਚ ਮੇਨ ਰੋਲ ਕੀ ਆ। ਇੰਡੀਆ ਕਹਿੰਦੇ ਕੀ ਆ ਇਹ ਡਿਵੈਲਪਿੰਗ ਕੰਟਰੀ ਹੈ ਐਂਡ ਡਿਵੈਲਪ ਕੰਟਰੀਜ਼ ਤੇ ਡਿਵੈਲਪਿੰਗ ਕੰਟਰੀ ਦੇ ਵਿੱਚ ਇਹਨਾਂ ਦਾ ਅਲੱਗ-ਅਲੱਗ ਰੋਲ ਹੈ। ਕਹਿੰਦੇ ਇੰਡੀਆ ਇਜ਼ ਵਨ ਆਫ ਦਾ ਫਾਊਂਡਰ ਮੈਂਬਰ ਆਫ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਕਹਿੰਦੇ 90% ਜਿਹੜੀ ਟ੍ਰੇਡ ਸੀਗੀ ਕੰਟਰੀਜ਼ ਦੀ ਉਹ ਟ੍ਰੇਡ ਵਿਦ ਦੋਜ਼ ਕੰਟਰੀਜ਼ ਵਿਚ ਆਰ ਮੈਂਬਰ ਆਫ WTO। ਕਹਿੰਦੇ 90% ਜਿਹੜੀ ਇੰਡੀਆ ਸੀਗੀ ਉਹ ਟ੍ਰੇਡ ਕਰਦੀ ਸੀਗੀ ਜਿਹੜੀਆਂ ਬਾਕੀ ਮੈਂਬਰਿੰਗ ਕੰਟਰੀਜ਼ ਸੀਗੀਆਂ ਉਹਨਾਂ ਦੇ ਨਾਲ। ਕਹਿੰਦੇ ਲੋਟ ਆਫ ਡਿਬੇਟ ਸੀ ਜਿਹੜੀ ਇਸ਼ੂ ਸੀਗੇ ਇੰਡੀਆ ਦੇ ਨਾਲ ਜਿਹੜੇ ਅਰਾਈਜ਼ ਹੋ ਰਹੇ ਸੀਗੇ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਆ ਕਹਿੰਦੇ ਮੇਨ ਡਿਸਐਡਵਾਂਟੇਜ ਕੀ ਸੀਗਾ ਇੰਡੀਆ ਨੂੰ WTO ਦਾ। ਕਹਿੰਦੇ ਇਹਦੇ ਥਰੂ ਸੀਗਾ ਐਗਰੀਕਲਚਰ ਸੈਕਟਰ ਨੂੰ ਮੇਨ ਡਿਸਐਡਵਾਂਟੇਜ ਸੀਗਾ ਕਿਉਂਕਿ ਜਿਹੜਾ ਐਗਰੀਕਲਚਰ ਸੈਕਟਰ ਸੀਗਾ ਐਗਰੀਕਲਚਰ ਸੈਕਟਰਸ ਦੇ ਵਿੱਚ ਰਿਸੋਰਸ ਨਾ ਹੋਣ ਕਰਕੇ ਜਿਹੜੇ ਇਹਦੇ ਰॉ ਮਟੀਰੀਅਲ ਸੀਗਾ ਐਗਰੀਕਲਚਰ ਪ੍ਰੋਡਕਸ਼ਨਸ ਬਹੁਤ ਜ਼ਿਆਦਾ ਹੋ ਰਹੀ ਹੈ। ਲਗਭਗ ਆਪਣੀ ਪ੍ਰਾਇਮਰੀ ਸੈਕਟਰ ਦੇ ਵਿੱਚ ਆਪਣੀ ਜਿਹੜੀ ਪਾਪੂਲੇਸ਼ਨ ਹੈ 60 to 50% ਹੈ ਜਿਹੜੀ ਇਨਵੋਲਵ ਹੈ ਤੇ ਜੋ ਵੀ ਹੈ ਪ੍ਰੋਡਕਸ਼ਨ ਰॉ ਮਟੀਰੀਅਲ ਤਾਂ ਉਹ ਇੱਥੇ ਹੀ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਤਾਂ ਆਪਣੀ ਕੰਟਰੀ ਦੇ ਵਿੱਚੋਂ WTO ਦੇ ਥਰੂ ਜੋ ਵੀ ਹੈ ਰॉ ਮਟੀਰੀਅਲ ਉਹ ਬਾਹਰ ਐਕਸਪੋਰਟ ਹੋਣ ਲੱਗਿਆ ਸੀਗਾ ਐਂਡ ਜੋ ਨਿਊ ਟੈਕਨੋਲੋਜੀ ਹੈ ਇੱਧਰ ਇੰਪੋਰਟ ਹੁੰਦੀ ਸੀਗੀ ਤਾਂ ਰॉ ਮਟੀਰੀਅਲ ਬਾਹਰ ਜਾਣ ਕਰਕੇ ਜੋ ਬਾਹਰਲੀਆਂ ਫੋਰਨ ਕੰਟਰੀਜ਼ ਸੀਗੀਆਂ ਉਹਨਾਂ ਨੂੰ ਕਹਿੰਦੇ ਫਾਈਨਲ ਗੁੱਡਸ ਨੂੰ ਉਹਨਾਂ ਤੋਂ ਪ੍ਰੋਡਿਊਸ ਕਰਕੇ ਆਪਣੀ ਕੰਟਰੀ ਦੇ ਵਿੱਚ ਕੀ ਕਰਦੀਆਂ ਸੀਗੀਆਂ ਉਹ ਸੇਲ ਕਰਦੀਆਂ ਸੀਗੀਆਂ। ਤਾਂ ਜਿਹੜੀ ਐਗਰੀਕਲਚਰ ਜਿਹੜੀ ਆਪਣਾ ਸੈਕਟਰ ਸੀਗਾ ਉਹਦੇ ਵਿੱਚ ਜਿਹੜੀਆਂ ਮਸ਼ੀਨਰੀ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਸੀ ਉਹ ਬਾਹਰ ਤੋਂ ਇੰਪੋਰਟ ਕੀਤੀ ਜਾ ਰਹੀ ਸੀ ਜਿਹਦੇ ਬਹੁਤ ਸਾਰੀਆਂ ਜਿਹੜੇ ਟੈਰਿਫ ਬੈਰੀਅਰ ਸੀਗੀਆਂ ਉਹ ਲੱਗੀਆਂ ਹੁੰਦੀਆਂ ਸੀ ਜਿਹਦੇ ਥਰੂ ਕਾਫੀ ਜਿਹੜਾ ਆਪਣਾ ਟੈਕਸ ਦੇ ਰੂਪ ਦੇ ਵਿੱਚ ਆਪਣਾ ਜੋ ਵੀ ਹੈ ਪੈਸਾ ਬਾਹਰ ਚਲੇ ਜਾਂਦਾ ਸੀਗਾ। ਐਂਡ ਰਿਡਕਸ਼ਨ ਇਨ ਸਬਸਿਡੀਜ਼ ਕਹਿੰਦੇ ਕਿ ਆ ਗੇਟ ਤੇ WTO ਐਗਰੀਮੈਂਟ ਜਦੋਂ ਸਾਈਨ ਹੋਇਆ ਤਾਂ ਉਹ ਤੋਂ ਬਾਅਦ ਐਗਰੀਕਲਚਰ ਸੈਕਟਰਸ ਨੂੰ ਸਲੈਸ਼ ਕੀਤਾ ਗਿਆ। ਐਗਰੀਕਲਚਰ ਸੈਕਟਰ ਦੀ ਜਗ੍ਹਾ ਤੇ ਟ੍ਰੇਡ ਦੇ ਲਈ ਜੋ ਇੰਡਸਟਰੀਅਲ ਸੈਕਟਰ ਆ ਉਹਨੂੰ ਕੀ ਕੀਤਾ ਗਿਆ ਪ੍ਰਮੋਟ ਕੀਤਾ ਗਿਆ। ਤਾਂ ਪੂਅਰ ਫਾਰਮਰ ਤੇ ਜਿਹਦਾ ਕੀ ਹੋਇਆ ਬੈਡ ਇਫੈਕਟ ਪਿਆ। ਇੰਪੋਰਟ ਆਫ ਫੂਡ ਗ੍ਰੇਨਸ ਕਹਿੰਦੇ ਕੀ ਹੋਇਆ ਇੰਡੀਆ ਦੇ ਵਿੱਚ ਜਿਹੜੀ ਫੂਡ ਗ੍ਰੇਨ ਸੀਗੀਆਂ ਉਹ ਬਾਹਰੋਂ ਜ਼ਿਆਦਾ ਇੰਪੋਰਟ ਹੋਣ ਲੱਗ ਗਈਆਂ ਸੀਗੀਆਂ ਤੇ ਡੋਮੈਸਟਿਕ ਫੂਡ ਗ੍ਰੇਨ ਸੀਗੀਆਂ ਜਿਹੜੀਆਂ ਉਹ ਯੂਜ਼ ਨਹੀਂ ਹੋ ਰਹੀਆਂ ਸੀ ਜਿਹਨਾਂ ਦੇ ਥਰੂ ਕੀ ਹੋ ਗਿਆ ਸੀ ਐਡਵਰਸ ਇਫੈਕਟ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਉਹ ਅਨਫੇਵਰਲ ਹੋ ਗਿਆ ਸੀਗਾ। ਰਿਸਟ੍ਰਿਕਸ਼ਨਸ ਔਨ ਦਾ ਯੂਜ਼ ਆਫ ਬ੍ਰਾਂਡ ਸੀਡਸ ਕਹਿੰਦੇ ਜਿਹੜੇ ਬ੍ਰਾਂਡ ਸੀਡ ਸੀਗੇ ਉਹਨਾਂ ਦੀ ਜਿਹੜੀ ਯੂਜ਼ ਤੇ ਰਿਸਟ੍ਰਿਕਸ਼ਨਸ ਲੱਗੀ ਕਿਉਂਕਿ ਬ੍ਰਾਂਡ ਸੀਡਸ ਨੂੰ ਜਿਹੜੇ ਇੰਪੋਰਟ ਹੋ ਰਹੇ ਸੀ ਬਾਹਰੋਂ ਪ੍ਰੋਡਕਸ਼ਨ ਤਾਂ ਵੱਧ ਰਹੀ ਸੀ ਲੇਕਿਨ ਜਿਹੜਾ ਪਿਓਰ ਫਾਰਮਰ ਹੈ ਉਹਨੂੰ ਬਾਏ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਬਾਏ ਕਰਨ ਦੇ ਲਈ ਬਹੁਤ ਜ਼ਿਆਦਾ ਪੈਸਾ ਚਾਹੀਦਾ ਸੀ ਜਿਹਦਾ ਇਫੈਕਟ ਪਿਆ ਪੂਅਰ ਕਲਾਸ ਫੈਮਿਲੀਜ਼ ਤੇ। ਪੇਟੈਂਟ ਰਾਈਟਸ ਆਫ ਨੈਚੁਰਲ ਪ੍ਰੋਡਕਟਸ ਕਹਿੰਦੇ MNCs ਦੇ ਥਰੂ ਕੀ ਹੋ ਗਿਆ ਸੀ ਇਨੀਸ਼ੀਏਟਿਵ ਐਂਡ ਸਿਕਿਉਰਡ ਪੇਟੈਂਟ ਰਾਈਟਸ ਲਿੱਤਾ ਗਿਆ ਸੀ ਮਿਨਰਲ ਨੈਚੁਰਲ ਪ੍ਰੋਡਕਟਸ ਆਫ ਇੰਡੀਆ ਤੇ ਇੰਡੀਆ ਦੇ ਵਿੱਚ ਜੋ ਵੀ ਨੈਚੁਰਲ ਰਿਸੋਰਸਿਸ ਤਾਂ ਈਜ਼ਲੀ ਉਹ ਉਹਨਾਂ ਨੂੰ ਯੂਜ਼ ਕਰ ਰਹੇ ਸੀ ਤਾਂ ਸਕਾਰਸਿਟੀ ਆ ਗਈ ਸੀ ਜਿਹੜੇ ਕਾਮਨ ਪੀਪਲ ਸੀ ਉਹਨਾਂ ਨੂੰ ਯੂਜ਼ ਨਹੀਂ ਕਰ ਸਕਦੇ ਸੀ। ਦੈਨ ਜਿਵੇਂ ਕਿ ਇਨਸਟੈਂਟ ਨੀਮ ਕੈਨ ਬੀ ਯੂਜ਼ਡ ਫॉर ਮੇਕਿੰਗ ਸੋਪ ਟੂਥਪੇਸਟ ਮੈਡੀਸਿਨ ਸਿਮਿਲਰਲੀ देयर इज अ लार्ज डिमांड फॉर द ਫਿਜ਼ੀਲਿਮ ਫੋਰਨ ਕੰਟਰੀਜ਼ ਦੇ ਵਿੱਚ ਇਹਨਾਂ ਦੀ ਡਿਮਾਂਡ ਵੱਧ ਗਈ ਸੀ ਜਿਨ੍ਹਾਂ ਦੇ ਥਰੂ ਇਹਨਾਂ ਦੀ ਐਕਸਪੈਂਸਿਵ ਹੋ ਗਈ ਸੀ ਇਹ ਇੰਡੀਆ ਦੇ ਵਿੱਚ ਇਹ ਸਾਰੇ ਪ੍ਰੋਡਕਟਸ। plant breeding protections ਕਹਿੰਦੇ according to WTO protection of breedings has been be determined by the sui generis systems ਜਿਹੜਾ ਆਪਣਾ ਹੈਗਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਉਹਦੇ ਥਰੂ ਰਾਈਟ ਦਿੱਤਾ ਗਿਆ ਸੀਗਾ ਕਿ ਬਰੀਡਿੰਗ ਸਿਸਟਮ ਦੇ ਵਿੱਚ ਜਿਸ ਪਰਸਨਸ ਕੋਲ ਬਰੀਡ ਦੀ ਕੁਆਲਿਟੀ ਹੈ ਉਹੀ ਉਹਨਾਂ ਨੂੰ ਪ੍ਰੋਡਿਊਸ ਕਰ ਸਕਦਾ ਹੈ। ਇਹਦੇ ਥਰੂ ਜਿਹੜੇ ਲਾਰਜ ਅਮਾਊਂਟ ਦੇ ਵਿੱਚ ਜਿਹੜੇ ਬੈਨੀਫਿਟ ਸੀਗੇ ਉਹ ਕੁਝ ਜਿਹੜੇ ਪੀਪਲਸ ਸੀ ਲੈ ਰਹੇ ਸੀਗੇ ਤੇ ਪਲਾਂਟਸ ਵੀ ਉੱਥੇ ਨਿਊ ਐਂਡ ਇੰਪਰੂਵਡ ਵੈਰਾਈਟੀ ਆਫ ਪਲਾਂਟਸ ਨੇ ਜਿਹੜੇ ਉਹ ਪ੍ਰੋਡਿਊਸ ਨਹੀਂ ਹੋ ਰਹੇ ਸੀਗੇ ਕਿ ਉਹਨਾਂ ਦੇ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਤੇ ਕਾਫੀ ਜਿਹੜਾ ਖਰਚਾ ਹੈ ਉਹ ਹੋ ਰਿਹਾ ਸੀਗਾ। ਆਰਗੂਮੈਂਟਸ ਅਗੇਂਸਟ ਟ੍ਰਿਮਸ ਕਹਿੰਦੇ ਜਿਹੜਾ ਹੈ ਟ੍ਰਿਮਸ ਦੇ ਵਿੱਚ ਕਹਿੰਦੇ WTO ਨੂੰ ਇੰਪੋਜ਼ ਨਹੀਂ ਕਰ ਸਕਿਆ ਰਿਸਟ੍ਰਿਕਸ਼ਨਸ ਔਰ ਫੋਰਨ ਇਨਵੈਸਟਮੈਂਟ ਤੇ ਕਹਿੰਦੇ ਫੋਰਨ ਇਨਵੈਸਟਮੈਂਟ ਤੇ ਰਿਸਟ੍ਰਿਕਸ਼ਨਸ ਨਾ ਰਿਸਟ੍ਰਿਕਸ਼ਨ ਨੂੰ ਘਟਾਇਆ ਗਿਆ ਜਿਹਦੇ ਥਰੂ ਫੋਰਨ ਇਨਵੈਸਟਮੈਂਟ ਵੱਧ ਗਈ। ਫੋਰਨ ਇਨਵੈਸਟਮੈਂਟ ਦੇ ਨਾਲ ਜਿਹੜੀ ਆਪਣੀ ਡੋਮੈਸਟਿਕ
ਇਨਵੈਸਟਮੈਂਟ ਉਹਨੂੰ ਲਾਸ ਹੋਇਆ ਤੇ ਜਿਹੜੇ ਕੰਪੀਟੀਸ਼ਨ ਆ ਉਹ ਇਨਕਰੀਜ਼ ਹੋਇਆ, ਜਿਹਦੇ ਕਰਕੇ ਜਿਹੜੇ ਡੋਮੈਸਟਿਕ ਗੁੱਡਸ ਨੇ ਉਹ ਫੋਰਨ ਗੁੱਡਸ ਦੇ ਅੱਗੇ ਨਹੀਂ ਰੁਕ ਪਾਈਆਂ। ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਕਹਿੰਦੇ ਜਿਹੜੇ ਆਪਣੇ ਇੰਡੀਆ ਡਜ਼ ਨਾਟ ਰਿਕੋਗਨਾਈਜ਼ ਪੇਟੈਂਟਸ ਆਫ ਦਾ ਫੀਲਡ ਆਫ ਮੈਡੀਸਨ, ਫੂਡ ਗ੍ਰੇਨਸ ਐਂਡ ਕੈਮੀਕਲ ਪ੍ਰੋਡਕਟਸ ਤੇ ਕਹਿੰਦੇ ਇੰਡੀਆ ਦਾ ਕੋਈ ਵੀ ਰਾਈਟ ਨਹੀਂ ਰਿਹਾ। ਮੋਸਟ ਆਫ ਦਾ ਡਿਵੈਲਪ ਕੰਟਰੀਜ਼ ਸੀਗੀਆਂ ਜਿਹੜੀਆਂ ਉਹਨਾਂ ਨੇ ਪੇਟੈਂਟ ਰਾਈਟ ਲੈ ਲਿਆ। ਫੋਰਨ ਓਨਰਸ਼ਿਪ ਆਫ ਪਲਾਂਟਸ ਐਂਡ ਐਨੀਮਲਸ ਕਹਿੰਦੇ ਜਿਹੜੀ ਫੋਰਨ ਓਨਰਸ਼ਿਪ ਸੀਗੀ ਆਪਣੇ ਪਲਾਂਟਸ ਐਂਡ ਐਨੀਮਲਸ ਇੱਧਰ ਪਾਏ ਜਾਂਦੇ ਸੀ, ਉਹਨਾਂ ਨੇ ਵੀ ਇੰਡੀਅਨ ਇਕਨੋਮੀ ਨੂੰ ਲਾਸ ਹੋਇਆ। ਕਹਿੰਦੇ ਇੰਟਰਸਟ ਪੇ ਨਹੀਂ ਕਰ ਪਾਏ, ਜਿਹਦੇ ਥਰੂ ਕਹਿੰਦੇ ਉਹਨਾਂ ਦਾ ਕੀ ਹੋ ਗਿਆ, ਰਾਈਟ ਹੋ ਗਿਆ, ਫੋਰਨ ਓਨਰਸ਼ਿਪ ਹੋ ਗਈ ਪਲਾਂਟਸ ਐਂਡ ਐਨੀਮਲਸ ਦੇ। ਆਰਗੂਮੈਂਟ ਅਗੇਂਸਟ ਟ੍ਰਿਪਸ ਕਹਿੰਦੇ ਜਿਹੜੀ ਟ੍ਰੇਡ ਰਿਲੇਟਡ ਇੰਟੈਲੈਕਚੁਅਲ ਪ੍ਰੋਪਰਟੀ ਸੀ ਉਹਨੇ ਡਿਸਕੋਰੇਜ ਕੀਤਾ ਰਿਸਰਚ ਤੇ ਇਨੋਵੇਸ਼ਨਸ ਨੂੰ ਕੰਟਰੀਜ਼ ਦੀਆਂ ਨੂੰ। ਕਹਿੰਦੇ ਬਿਕੋਜ਼ ਆਫ ਸਟੈਂਡਰਡ ਵੇਰੀ ਵਿਦ ਦਾ ਇਕਨੋਮਿਕ ਐਂਡ ਟੈਕਨੀਕਲ ਜਿਹੜੀ ਡਿਵੈਲਪਮੈਂਟ ਆਫ ਈਚ ਕੰਟਰੀ ਸੀਗੀ ਉਹਦੇ ਨਾਲ ਅਫੈਕਟ ਹੋਈ। ਡਿਸਐਡਵਾਂਟੇਜ ਟੂ ਸਰਵਿਸ ਸੈਕਟਰ ਕਹਿੰਦੇ ਜਿਹੜਾ ਇੰਸ਼ੋਰੈਂਸ, ਬੈਂਕਿੰਗ ਐਂਡ ਟਰਾਂਸਪੋਰਟ, ਐਜੂਕੇਸ਼ਨ, ਹੋਟਲ ਸਰਵਿਸਿਜ਼ ਸੀਗੀ not be able to compete with the similar services offered। ਕਹਿੰਦੇ ਸਿਮਿਲਰ ਜਿਹੜੀ ਸਰਵਿਸਿਜ਼ ਸੀਗੀ ਫੋਰਨ ਕੰਟਰੀਜ਼ ਦੇ ਰਹੀਆਂ ਸੀ ਉਦਾਂ ਦੀ ਸਰਵਿਸਿਜ਼ ਨਹੀਂ ਦੇ ਰਹੀ ਸੀ, ਜਿਹਦਾ ਰਿਜ਼ਲਟ ਕੀ ਹੋਇਆ, ਕਹਿੰਦੇ ਸਰਵਿਸਿਜ਼ ਸੈਕਟਰ ਨੂੰ ਟੋਟਲੀ ਲਾਸ ਹੋਇਆ। ਡਿਸਐਡਵਾਂਟੇਜ ਆਫ ਪੈਟੈਂਟਾਈਜੇਸ਼ਨਸ ਕਹਿੰਦੇ ਪੇਟੈਂਟਾਈਜੇਸ਼ਨ ਦੇ ਵਿੱਚ ਵੀ ਲਾਸ ਹੋਇਆ। 20 years ਕਹਿੰਦੇ ਟਾਈਮ ਪੀਰੀਅਡਸ ਦੇ ਵਿੱਚ ਜਿਹੜੀ ਪ੍ਰੋਵੀਜ਼ਨ ਆਫ ਪੇਟੈਂਟ ਸੀਗੀ ਐਕਸਪ੍ਰੈਸਡ ਹੋਈ ਅਗੇਂਸਟ, ਠੀਕ ਹੈ। ਐਂਡ ਐਡਵਾਂਟੇਜ ਕੀ ਹੋਇਆ WTO ਨੂੰ, the first is multilateral trade negotiations ਕਹਿੰਦੇ most favored nations ਕਹਿੰਦੇ ਇਹਨਾਂ ਦੇ ਵਿੱਚ ਜੋ ਵੀ ਮੈਂਬਰ ਕੰਟਰੀਜ਼ ਸੀਗੀਆਂ ਜਦੋਂ ਉਹਨਾਂ ਦੇ ਵਿੱਚ ਇੱਕ ਰੂਲਸ ਨੂੰ ਅਪਣਾਇਆ ਜਾਂਦਾ ਸੀ ਤਾਂ ਉਹਨਾਂ ਦੇ ਨਾਲ ਜਿਵੇਂ ਕਿ ਐਕਸਾਈਜ਼ ਡਿਊਟੀਜ਼ ਘੱਟ ਕੀਤੀਆਂ ਜਾਂਦੀਆਂ ਸੀ ਤਾਂ ਦੂਸਰੀ ਕੰਟਰੀਜ਼ ਦੇ ਵਿੱਚ ਵੀ ਜਿਹੜੀ ਐਕਸਾਈਜ਼ ਡਿਊਟੀਜ਼ ਜਾਂ ਟੈਰਿਫ ਬੈਰੀਅਰਸ ਨੇ ਉਹਨਾਂ ਨੂੰ ਘਟਾਇਆ ਵਧਾਇਆ ਜਾਂਦਾ ਸੀ। ਸੇਮ ਕਹਿੰਦੇ ਇਕੁਅਲੀ ਟ੍ਰੀਟ ਕੀਤਾ ਜਾਂਦਾ ਸੀ, ਜਿਹਦੇ ਥਰੂ ਇੱਕ ਕੰਟਰੀਜ਼ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਫਾਇਦਾ ਹੁੰਦਾ ਸੀ, ਜਿਹੜੀ ਆਪਣੀ ਮਾਰਕੀਟ ਸੀਗੀ ਉਹਦਾ ਸਾਈਜ਼ ਐਕਸਟੈਂਡ ਹੁੰਦਾ ਸੀਗਾ, ਠੀਕ ਹੈ। ਕਹਿੰਦੇ ਇੰਡੀਆ ਕੈਨ ਆਲਸੋ ਇਨਕਰੀਜ਼ ਦ ਵੈਲਿਊ ਆਫ ਇਟਸ ਟ੍ਰੇਡ, ਇਹਦੇ ਥਰੂ ਇੰਡੀਆ ਨੇ ਆਪਣੀ ਜਿਹੜੀ ਟ੍ਰੇਡ ਦੀ ਵੈਲਿਊ ਸੀਗੀ 150 ਤੋਂ 200 ਕਰੋੜ ਬਿਲੀਅਨ ਡਾਲਰਸ ਇਨਕਰੀਜ਼ ਕੀਤੀ ਸੀ। No reduction in subsidies ਕਹਿੰਦੇ it is wrong to argue that there will be reduction in subsidies to agriculture as a result to WTO proposals। ਕਹਿੰਦੇ ਸਬਸਿਡੀਜ਼ ਦੇ ਵਿੱਚ ਕੋਈ ਵੀ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਨਹੀਂ ਹੋਈ ਸੀ, ਐਗਰੀਕਲਚਰ ਸੈਕਟਰ ਦੇ ਲਈ ਸਬਸਿਡੀਜ਼ ਪ੍ਰੋਵਾਈਡ ਸੀਗੀਆਂ। ਐਂਡ ਜਿਹੜੀ ਆਪਣੀ ਸਬਸਿਡੀ ਸੈਕਟਰ ਉਹਦੇ ਲਈ ਵੀ ਹਸਪੀਟਲ, ਐਜੂਕੇਸ਼ਨ ਜਿਹੜੀ ਫੈਸਿਲਿਟੀ ਸੀਗੀ ਉਹ ਪ੍ਰੋਵਾਈਡ ਸੀਗੀ, ਜਿਹਦੇ ਥਰੂ ਆਪਣੀ ਜਿਹੜੀ ਐਗਰੀਕਲਚਰ ਸੈਕਟਰ ਹੈ ਉਹਦੇ ਜਿਹੜੀਆਂ ਸਬਸਿਡੀਜ਼ ਸੀਗੀਆਂ ਥੋੜ੍ਹੀਆਂ ਜਿਹੀਆਂ ਰਿਡਿਊਸ ਹੋਈਆਂ, ਲੇਕਿਨ ਐਗਰੀਕਲਚਰ ਸੈਕਟਰ ਦਾ ਜੋ ਰੋ ਮਟੀਰੀਅਲ ਸੀਗਾ ਉਹ ਆਪਣਾ ਇੰਡਸਟਰੀਅਲ ਸੈਕਟਰ ਦੇ ਵਿੱਚ ਯੂਜ਼ ਹੁੰਦਾ ਸੀਗਾ, ਕਿਉਂਕਿ ਉਹਦੇ ਲਈ ਜਿਹੜੀਆਂ ਸਬਸਿਡੀਜ਼ ਸੀਗੀਆਂ ਉਹ ਜ਼ਿਆਦਾ ਪ੍ਰੋਵਾਈਡ ਹੋਣੀਆਂ ਸਟਾਰਟ ਹੋ ਗਈਆਂ ਸੀ। ਨੋ ਨੀਡ ਆਫ ਇਨਕਰੀਜ਼ਿੰਗ ਇੰਪੋਰਟ ਆਫ ਫੂਡ ਗ੍ਰੇਨ ਕਹਿੰਦੇ ਜਿਹੜਾ ਇੰਪੋਰਟ ਸੀਗਾ ਕੋਈ ਵੀ ਨੀਡ ਨਹੀਂ ਸੀਗੀ ਫੂਡ ਗ੍ਰੇਨ ਨੂੰ ਇੰਪੋਰਟ ਕਰਨ ਦੀ। ਕਹਿੰਦੇ ਸਬਸਿਡੀਜ਼ ਦੇ ਥਰੂ ਕੀ ਹੋਇਆ ਸੀਗਾ, ਜਿਹੜਾ ਆਪਣਾ ਫੂਡ ਗ੍ਰੇਨਸ ਆਪਾਂ ਬਾਹਰ ਤੋਂ ਇੰਪੋਰਟ ਕਰਦੇ ਸੀਗੇ ਉਹਨਾਂ ਨੂੰ ਆਪਾਂ ਖੁਦ ਹੀ ਪ੍ਰੋਡਿਊਸ ਕਰਨਾ ਸਟਾਰਟ ਕੀਤਾ, ਪ੍ਰੋਡਕਟਿਵਿਟੀ ਦੇ ਵਿੱਚ ਇਨਕਰੀਜ਼ ਕੀਤਾ, ਪ੍ਰੋਡਕਸ਼ਨ ਦੇ ਵਿੱਚ ਇਨਕਰੀਜ਼ ਕੀਤਾ, ਜਿਹਦੇ ਥਰੂ ਕਹਿੰਦੇ ਆਪਣੀ ਜਿਹੜੀ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਵੀ ਡਿਫਿਕਲਟੀ ਨਹੀਂ ਆਈ, ਬੈਲੈਂਸ ਆਫ ਪੇਮੈਂਟ ਵੀ ਫੇਵਰੇਬਲ ਹੋਇਆ ਐਂਡ ਇੰਪੋਰਟਸ ਘੱਟ ਐਂਡ ਐਕਸਪੋਰਟਸ ਜ਼ਿਆਦਾ ਹੋਏ। ਕਹਿੰਦੇ ਤੇ ਇਸ ਤੋਂ ਇਲਾਵਾ ਫੂਡ ਗ੍ਰੇਨਸ ਨੂੰ ਕਹਿੰਦੇ ਜ਼ਿਆਦਾ ਪ੍ਰੋਡਕਸ਼ਨ ਕਰਕੇ ਐਕਸਪੋਰਟ ਵੀ ਕੀਤਾ ਗਿਆ। ਉਸ ਤੋਂ ਬਾਅਦ ਹੈ ਨੈਕਸਟ ਇਨਕਰੀਜ਼ ਇਨ ਐਕਸਪੋਰਟ ਆਫ ਫੂਡ, ਐਕਸਪੋਰਟ ਪ੍ਰਮੋਸ਼ਨ ਕਹਿੰਦੇ ਐਕਸਪੋਰਟ ਪ੍ਰਮੋਸ਼ਨ ਨੂੰ ਇਨਕਰੀਜ਼ ਕਰਨ ਦੇ ਲਈ ਆਪਣੀ ਇਨਵੈਸਟਮੈਂਟ ਨੂੰ ਇਨਕਰੀਜ਼ ਕੀਤਾ ਗਿਆ ਤੇ ਡਿਮਾਂਡ ਫॉर ਦ ਸਪੈਸ਼ਲ ਵੈਰਾਈਟੀ ਆਫ ਇੰਡੀਅਨ ਫੂਡ ਗ੍ਰੇਨਸ ਨੂੰ ਇਨਕਰੀਜ਼ ਕੀਤਾ ਗਿਆ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ, ਤਾਂ ਜੋ ਜਿਹੜੇ ਆਪਣੇ ਐਕਸਪੋਰਟਸ ਨੇ ਉਹਨਾਂ ਨੂੰ ਇਨਕਰੀਜ਼ ਕੀਤਾ ਜਾ ਸਕੇ। ਕਹਿੰਦੇ ਡਿਵੈਲਪ ਕੰਟਰੀਜ਼ ਵੀ ਆਪਣੀ ਕੰਟਰੀ ਦੇ ਜਿਹੜੇ ਫੂਡ ਗ੍ਰੇਨ ਸੀ ਉਹਨਾਂ ਨੂੰ ਇੰਪੋਰਟ ਕਰਦੀਆਂ ਸੀਗੀਆਂ। ਫਰੀडम ਟੂ ਯੂਜ਼ ਸੀਡਸ ਕਹਿੰਦੇ ਜਿਹੜੇ ਆਪਣੇ ਸੀਡ ਸੀਗੇ former director general of WTO has classified that farmer will be free to use seeds ਕਹਿੰਦੇ ਪਹਿਲਾਂ ਜਿਹੜੀ ਰਿਸਟ੍ਰਿਕਸ਼ਨ ਸੀਗੀ ਉਹਨੂੰ ਹੁਣ ਇੱਥੇ ਫੋਲੋ ਨਹੀਂ ਕੀਤਾ ਗਿਆ ਸੀਗਾ। ਕਹਿੰਦੇ ਫ੍ਰੀਲੀ ਫਰੀडम ਦਿੱਤੀ ਗਈ ਸੀ ਕਿ ਕੋਈ ਵੀ ਕਿਸਾਨ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੀਡ ਹੈ ਉਹਨੂੰ ਯੂਜ਼ ਕਰ ਸਕਦਾ ਤੇ ਨਿਊ ਰਿਸਰਚ ਦੁਆਰਾ ਫਾਰਮਰਸ ਦੇ ਦੁਆਰਾ ਕੀਤੀ ਗਿਆ ਤਾਂ ਨਿਊ ਜਿਹੜੇ ਵੈਰਾਈਟੀ ਆਫ ਸੀਡ ਸੀਗੇ ਉਹਨਾਂ ਨੂੰ ਵੀ ਪ੍ਰੋਡਿਊਸ ਕੀਤਾ ਗਿਆ। ਪੇਟੈਂਟ ਰਾਈਟ ਸੀਗੇ ਜਿਹੜੇ ਕਹਿੰਦੇ ਕੁਝ ਜਿਹੜੇ ਆਪਣੇ ਪਲਾਂਟ ਬਰੀਡਰ ਸੀਗੇ ਉਹਨਾਂ ਨੂੰ ਇਸ਼ੂ ਕੀਤੇ ਗਏ ਸਰਟੀਫਿਕੇਸ਼ਨਸ ਔਨ ਜਿਨ੍ਹਾਂ ਦੀ ਓਨ ਪ੍ਰੋਵੀਜ਼ਨਸ ਹੋਵੇ ਤੇ ਬਾਕੀ ਸਭ ਦੇ ਲਈ ਕਹਿੰਦੇ ਪ੍ਰੋਟੈਕਸ਼ਨ ਆਫ ਰਾਈਟਸ ਆਫ ਪਲਾਂਟ ਬਰੀਡਰਸ ਦੇ ਲਈ ਕਹਿੰਦੇ ਪ੍ਰੋਟੈਕਟ ਕੀਤਾ ਗਿਆ। ਐਗਰੀਕਲਚਰ ਰਿਸਰਚ ਜਿਹੜੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਮੈਕਸੀਮਾਈਜ਼ ਕੀਤਾ ਗਿਆ ਤਾਂ ਜੋ ਜਿਹੜੀ ਨਿਊ ਵੈਰਾਈਟੀ ਆਫ ਸੀਡਸ ਹੈ ਉਹਨਾਂ ਨੂੰ ਪ੍ਰੋਡਿਊਸ ਕੀਤਾ ਜਾ ਸਕੇ। ਅੱਗੇ ਹੈਗਾ ਐਗਰੀਕਲਚਰ ਸੈਕਟਰਸ ਦੇ ਵਿੱਚ ਜੰਗਲ ਡਰਾਫਟ ਜਿਹੜੇ ਐਡਵਰਸਲੀ ਇਫੈਕਟ ਦਿੰਦੇ ਸੀਗੇ, ਇੰਟਰਸਟ ਜਿਹੜੇ ਜ਼ਿਆਦਾ ਜਿਨ੍ਹਾਂ ਨੂੰ ਇੰਟਰਸਟ ਰੇਟ ਪੇ ਕਰਨਾ ਪੈਂਦਾ ਸੀ ਉਹਨਾਂ ਨੂੰ ਸਾਇੰਟੀਫਿਕ ਰੇਸ ਐਂਡ ਪ੍ਰੋਡਕਟਿਵਿਟੀ ਰੇਸ ਕਰਨ ਦੇ ਮਤਲਬ ਉਹਨਾਂ ਤੋਂ ਪੈਸਾ ਘੱਟ ਲੈ ਕੇ ਕੈਪੀਟਲ ਘੱਟ ਯੂਜ਼ ਕਰਕੇ ਜਿਹੜੇ ਡਿਫਰੈਂਟ ਸਪੇਸ ਆਫ ਟੈਕਨੋਲੋਜੀ ਵਗੈਰਾ ਸੀ ਉਹਨਾਂ ਨੂੰ ਯੂਜ਼ ਕੀਤਾ ਗਿਆ।
ट्रेड रिलेटेड इंटलैक्चुअल प्रॉपर्टी राइट कहते ये थ्रू की है, जो कॉपी राइट है, ट्रेडमार्क है, ट्रेड सीक्रेट्स है, इंडस्ट्रियल डिजाइन है, सप्लाई जियोग्राफिकल इंडिकेशन है, पेटेंट्स अंडर इंटलैक्चुअल प्रॉपर्टी राइट से इन्होंने इंप्रूव किया गया। ट्रेड रिलेटेड इन्वेस्टमेंट मईयर्स कहते ਜਿਹੜੇ ਇਨਵੈਸਟਮੈਂਟਸ ਮਈਅਰ ਦੇ ਰਿਲੇਟਡ ਜਿਹੜੀ ਆਪਣੀ ਫੋਰਨ ਇਨਵੈਸਟਰਸ ਸੀਗੇ ਉਹਨਾਂ ਤੇ ਪਹਿਲਾਂ ਕੁਝ ਰਿਸਟ੍ਰਿਕਸ਼ਨਸ ਲਗਾਈਆਂ ਜਾਂਦੀਆਂ ਸੀ, ਉਹਨਾਂ ਰਿਸਟ੍ਰਿਕਸ਼ਨਸ ਨੂੰ ਕੱਟ ਕੀਤਾ ਗਿਆ। ਜਿਹੜੀਆਂ ਆਪਣੀਆਂ ਫੋਰਨ ਇਨਵੈਸਟਮੈਂਟਸ ਦੇ ਪਾਲਿਸੀ ਸੀਗੀਆਂ ਉਹਨਾਂ ਨੂੰ ਘਟਾਇਆ ਗਿਆ ਤਾਂ ਜੋ ਜਿਹੜੇ ਫੋਰਨ ਇਨਵੈਸਟਰ ਸੀਗੇ ਉਹ ਈਜ਼ੀਲੀ ਆਪਣੀ ਕੰਟਰੀ ਦੇ ਵਿੱਚ ਜੋ ਪੈਸਾ ਹੈ ਉਹ ਇਨਵੈਸਟ ਕਰ ਸਕਣ। ਸਰਵਿਸਿਜ਼ ਕਹਿੰਦੇ ਸਰਵਿਸਿਜ਼ ਸੈਕਟਰਸ ਨੇ ਨੂੰ ਪ੍ਰਪੋਜ਼ਲ ਦਿੱਤਾ ਗਿਆ WTO ਦੇ ਅਕੋਰਡਿੰਗਸ ਕਹਿੰਦੇ ਇੰਡੀਆ ਵਿਲ ਸਟੈਂਡ ਟੂ ਗੇਨ। ਇੰਡੀਆ ਨੇ ਟ੍ਰੇਡ ਐਂਡ ਸਰਵਿਸਿਜ਼ ਸੈਕਟਰਸ ਦੇ ਵਿੱਚ ਕਹਿੰਦੇ ਬੈਂਕਿੰਗ, ਇੰਸ਼ੋਰੈਂਸ, ਟਰਾਂਸਪੋਰਟ ਐਂਡ ਹੋਟਲ ਸਰਵਿਸਿਜ਼ ਨੂੰ ਇਨਕਰੀਜ਼ ਕੀਤਾ, ਜਿਹਦੇ ਥਰੂ ਕਹਿੰਦੇ ਜਿਹੜਾ ਆਪਣਾ ਟ੍ਰੇਡ ਹੈ ਇੰਟਰਨੈਸ਼ਨਲ ਟ੍ਰੇਡ ਉਹ ਇਨਹਾਂਸ ਹੋਇਆ। ਐਂਡ ਕਲੋਥਿੰਗ ਐਂਡ ਟੈਕਸਟਾਈਲ ਇੰਡਸਟਰੀ ਦੇ ਵਿੱਚ ਮਲਟੀ ਫਿਬਰ ਅਰੇਂਜਮੈਂਟ MFA ਨੂੰ ਇਨਕਰੀਜ਼ ਕੀਤਾ ਗਿਆ। ਤੇ ਉਸ ਤੋਂ ਬਾਅਦ ਹੈ ਲਿਮਿਟੇਸ਼ਨਸ ਆਫ WTO ਕਹਿੰਦੇ ਜਿਹੜਾ WTO ਹੈ ਉਹ ਸਿਰਫ ਡੀਲ ਕਰਦਾ ਓਨਲੀ ਵਿਦ ਦ ਗਵਰਨਮੈਂਟ ਪਾਲਿਸੀਜ਼ ਦੇ ਨਾਲ ਡੀਲ ਕਰਦਾ ਹੈ। ਕੰਪੀਟੀਸ਼ਨ ਪਾਲਿਸੀ ਬਾਈ ਇਟਸੈਲਫ ਇਜ਼ ਨਾਟ ਐਡਜਸਟ ਬਾਈ ਦ WTO। ਐਗਰੀਮੈਂਟ ਪਰਟੇਨਸ ਟੂ ਪ੍ਰੋਡਕਟਸ ਨਾਟ ਆ ਪ੍ਰੋਡਕਸ਼ਨਸ ਕਹਿੰਦੇ ਜਿਹੜੀਆਂ ਇਹ ਕੁਆਂਟੀਟੇਟਿਵ ਰਿਸਟ੍ਰਿਕਸ਼ਨ ਸੀਗੀਆਂ ਲਗਾਈਆਂ ਜਾਂਦੀਆਂ ਸੀਗੀਆਂ। ਕਈ ਕਹਿੰਦੇ ਮੈਂਬਰ ਕੰਟਰੀਜ਼ ਸੀਗੀਆਂ ਜਿਹੜੀਆਂ ਉਹਨਾਂ ਦੇ ਥਰੂ ਇਹਨਾਂ ਦਾ ਵਿਰੋਧ ਕੀਤਾ ਜਾਂਦਾ ਸੀਗਾ। ਕਹਿੰਦੇ ਉਸ ਤੋਂ ਬਾਅਦ ਇੰਡੀਅਨ ਕਮੇਟੀਜ਼ ਦੇ ਥਰੂ ਕਹਿੰਦੇ ਜਿਹੜੇ ਪੇਟੈਂਟ ਰਾਈਟ ਸੀਗੇ ਉਹਨਾਂ ਨੂੰ ਫੁੱਲਫਿਲ ਕੀਤਾ ਗਿਆ। ਕਹਿੰਦੇ ਡਿਫਰੈਂਟ ਕੰਟਰੀਜ਼ ਦੇ ਥਰੂ ਆਪਣੇ ਜਿਹੜੇ ਗੁਡਸ ਨੇ ਐਂਡ ਰਿਸੋਰਸਿਸ ਨੇ ਉਹਨਾਂ ਨੂੰ ਦੇਖਦੇ ਹੋਏ ਪੇਟੈਂਟ ਰਾਈਟਸ ਲਿੱਤਾ ਗਿਆ। ਇਸ ਤਰ੍ਹਾਂ ਇੰਡੀਆ ਦੇ ਵਿੱਚ ਕਹਿੰਦੇ WTO ਦੇ ਕਾਫੀ ਜਿਹੜੇ ਬੈਨੀਫਿਟਸ ਨੇ ਐਂਡ ਕੁਝ ਜਿਹੜੇ ਨੁਕਸਾਨ ਵੀ ਨੇ ਜੋ ਤੁਸੀਂ ਦੇਖ ਚੁੱਕੇ ਹੋ। ਤਦ ਕਹਿੰਦੇ WTO ਐਂਡ ਇੰਡੀਆ ਇਹਨਾਂ ਨੇ ਮਿਲ ਕੇ ਕਹਿੰਦੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਜਿਹੜੀ ਟ੍ਰੇਡ ਹੈ ਉਹਨੂੰ ਇਨਕਰੀਜ਼ ਕੀਤਾ, ਜਿਹਦੇ ਥਰੂ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਇਨਕਰੀਜ਼ ਹੋ ਸਕੇ। WTO ਦੇ ਐਗਰੀਮੈਂਟ ਜੋ ਵੀ ਸਾਈਨ ਹੋਏ ਸੀ ਵਿੱਚ ਜੋ ਵੀ ਇਹਨਾਂ ਨੇ ਆਪਣੇ ਆਰਗੇਨਾਈਜੇਸ਼ਨਸ ਬਣਾਈਆਂ ਸੀ, ਦੈਟ ਇਜ਼ ਅ ਗੇਟਸ, ਟ੍ਰਿਪਸ ਐਂਡ AOA ਐਗਰੀਮੈਂਟ ਔਨ ਐਗਰੀਕਲਚਰ, ਜਿਹਦੇ ਵਿੱਚ ਸਬਸਿਡੀਜ਼ ਵਗੈਰਾ ਨੂੰ ਪ੍ਰੋਵਾਈਡ ਕੀਤਾ ਗਿਆ ਸੀ। ਐਂਡ ਐਗਰੀਮੈਂਟ ਔਨ ਕਲੋਥਿੰਗ ਐਂਡ ਟੈਕਸਟਾਈਲ। ਤੇ ਅੱਜ ਦਾ ਇਹ ਵਾਲਾ ਟੌਪਿਕ ਆਪਣੇ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।